ਜਦੋਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ ਇਹ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਉਹਨਾਂ ਦੀ ਸਰਕਾਰ ਨੇ ਇਸ ਚੀਜ਼ ਨੂੰ ਜਿਹੜਾ ਮੀਡੀਆ ਸੀ ਖਾਸ ਤੌਰ ਤੇ ਉਹਦੇ ਤੇ ਕੰਟਰੋਲ ਕੀਤਾ। ਸੁਖਬੀਰ ਬਾਦਲ ਜਿਨ੍ਹਾਂ ਨੇ ਹੁਣ ਇੱਕ ਚੈਨਲ ਨੂੰ ਨੋਟਿਸ ਭੇਜਿਆ ਹੈਗਾ ਉਹ ਕੀ ਖਬਰ ਹੈਗੀ ਹੈ ਕਿ ਉਹਨਾਂ ਨੇ ਉਸ ਬੀਬੀ ਬਲਵੀਰ ਕੌਰ ਨੂੰ ਉਸ ਚੈਨਲ ਨੂੰ ਉਹਨਾਂ ਦੇ ਸ਼ਾਇਦ ਰਿਪੋਰਟਰ ਨੂੰ ਸਾਰਿਆਂ ਨੂੰ ਹੀ ਕਾਨੂੰਨੀ ਨੋਟਿਸ ਭੇਜਿਆ ਕਿ ਤੁਸੀਂ ਮੇਰਾ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇੱਕ ਪਾਸੇ ਤਾਂ ਲੋਕਾਂ ਦੇ ਟੈਗ ਲਾਉਂਦੇ ਆ ਕਿ ਫਲਾਣਾ ਦੇਸ਼ ਦਾ ਗਦਾਰ ਹੈ, ਫਲਾਣਾ ਦੇਸ਼ ਦਾ ਦੁਸ਼ਮਣ ਹੈ। ਕੀ ਦੇਸ਼ ਦੀ ਧਰਤੀ ਦੂਜੇ ਦੇਸ਼ਾਂ ਨੂੰ ਦਬਾ ਕੇ ਝੂਠ ਬੋਲਣਾ ਕੀ ਦੇਸ਼ ਨਾਲ ਗਦਾਰੀ ਨਹੀਂ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸਟ੍ਰੇਟ ਟਾਕ ਸਿੱਧੀ ਗੱਲ ਦੇ ਵਿੱਚ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕਰੋਨਾ ਵਾਇਰਸ ਦੀ ਸਥਿਤੀ ਦੇ ਬਾਰੇ ਕਿ ਕਿੱਥੇ ਪਹੁੰਚ ਗਏ ਹਾਂ ਅਸੀਂ, ਨਾਲ ਰਾਜਨੀਤੀ ਦੇ ਬਾਰੇ, ਚਾਹੇ ਉਹ ਭਾਰਤ ਦੇ ਸੰਬੰਧੀ ਹੋਵੇ, ਚਾਹੇ ਉਹ ਕੈਨੇਡਾ ਦੇ ਸੰਬੰਧੀ ਹੋਵੇ, ਚਾਹੇ ਪੰਜਾਬ ਦੇ ਸੰਬੰਧੀ ਹੋਵੇ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪਹੁੰਚੇ ਹੋਏ ਨੇ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਧਾਲੀਵਾਲ, ਵੈਲਕਮ। ਸ਼ੁਕਰੀਆ ਜੀ। ਤੁਹਾਡਾ ਧੰਨਵਾਦ ਫਿਰ ਤੋਂ ਕਿ ਤੁਸੀਂ ਟਾਈਮ ਟੂ ਟਾਈਮ ਕਰਦੇ ਹੋ ਤੇ ਸਾਡੇ ਤੱਕ ਇੰਪੋਰਟੈਂਟ ਇਨਫੋਰਮੇਸ਼ਨ ਪਹੁੰਚਾਉਂਦੇ ਆ। ਥੈਂਕ ਯੂ ਜੀ, ਤੁਸੀਂ ਯਾਦ ਕੀਤਾ ਤੇ ਅਸੀਂ ਅੱਗੇ ਇੱਕ ਹੁੰਦਾ ਵੀ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ। ਬਿਲਕੁਲ, ਥੈਂਕ ਯੂ ਵਾਂਸ ਅਗੇਨ। ਤੇ ਹੁਣ ਅਸੀਂ ਕਰੋਨਾ ਵਾਇਰਸ ਦੀ ਜੇ ਸਟਾਰਟਿੰਗ 'ਚ ਗੱਲ ਕਰੀਏ ਤੇ ਕਿੱਥੇ ਖੜੇ ਹਾਂ ਅਸੀਂ ਇਸ ਕਰੋਨਾ ਵਾਇਰਸ ਨੂੰ ਲੈ ਕੇ। ਅਸੀਂ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਵਾਧੇ ਦੇਖ ਰਹੇ ਹਾਂ। 200 ਕੇਸ ਹੋ ਗਏ ਨੇ ਇੱਕ ਹਫ਼ਤੇ ਦੇ ਵਿੱਚ ਤੇ ਇਹ ਜ਼ਿਆਦਾ ਜਿਹੜੇ ਕੇਸ ਆ ਰਹੇ ਨੇ ਇਹ ਪਾਰਟੀਆਂ ਤੋਂ ਆ ਰਹੇ ਨੇ ਕਿ ਜਿਹੜੇ 20 ਤੋਂ 30 ਸਾਲ ਦੇ ਲੋਕ ਨੇ ਜਿਹੜੇ ਪਾਰਟੀਆਂ ਕਰ ਰਹੇ ਹੈਗੇ ਨੇ। ਤੇ ਜਦੋਂ ਪਾਰਟੀ ਕਰਦੇ ਆ ਤਾਂ ਫਿਰ ਧਿਆਨ 'ਚ ਨਹੀਂ ਰਹਿੰਦਾ ਕਿ ਅਸੀਂ ਸੋਸ਼ਲ ਡਿਸਟੈਂਸ ਦੇ ਵਿੱਚ ਰਹਿਣਾ ਆ, ਅਸੀਂ ਮਾਸਕ ਪਾ ਕੇ ਰਹਿਣਾ ਆ। ਤੇ ਉਹਦੇ ਵਿੱਚ ਕੇਸ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ, ਚਾਹੇ ਉਹ ਕਲੋਨਾ ਦੀ ਅਸੀਂ ਪਾਰਟੀਆਂ ਦੀ ਗੱਲ ਕਰ ਲਈਏ, ਚਾਹੇ ਅਸੀਂ ਡਾਊਨਟਾਊਨ ਦੇ ਵਿੱਚ ਪਾਰਟੀਆਂ ਦੀ ਗੱਲ ਕਰ ਲਈਏ, ਸਟੈਨਲੀ ਪਾਰਕ ਦੇ ਵਿੱਚ ਗੱਲ ਕਰ ਲਈਏ। ਸੋ ਬਹੁਤ ਸਾਰੇ ਕੇਸ ਵੱਧ ਰਹੇ ਨੇ। ਤੇ ਅੱਜ ਸਾਡੇ ਜਿਹੜੇ ਪ੍ਰੀਮੀਅਰ ਨੇ ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਹੁਣ ਤੁਸੀਂ ਬਚਾਅ ਰੱਖੋ। ਜੇ ਅਸੀਂ ਐਗਜ਼ਾਮਪਲ ਸੈੱਟ ਕੀਤੀ ਸੀ, ਹੁਣ ਇਹ ਨਾ ਹੋਵੇ ਕਿ ਅਸੀਂ ਦੁਬਾਰਾ ਫਿਰ ਇਹ ਦੇਖੀਏ ਕਿ BC ਜਿੱਥੇ ਬਹੁਤ ਘੱਟ ਸੀ ਹੁਣ ਉੱਥੇ ਸਭ ਤੋਂ ਜ਼ਿਆਦਾ ਕੇਸ ਹੈਗੇ ਨੇ, ਕਿਉਂਕਿ ਇੱਕ ਹਫ਼ਤੇ ਦੇ ਵਿੱਚ 200 ਕੇਸ ਆਉਣੇ ਬਹੁਤ ਵੱਡੀ ਗੱਲ ਹੈਗੀ ਹੈ। ਹਰੇਕ ਦਿਨ 30 ਤੋਂ 32 ਕੇਸ ਜਿਹੜੇ ਉਹਨੂੰ ਸਾਹਮਣੇ ਆ ਰਹੇ ਹੈਗੇ ਨੇ। ਸੋ ਦੁਨੀਆ ਭਰ ਦੇ ਵਿੱਚ ਇਹੀ ਹਾਲ ਹੈ, ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਨੇ, ਚਾਹੇ ਅਸੀਂ US ਦੀ ਗੱਲ ਕਰ ਲਈਏ, ਚਾਹੇ ਅਸੀਂ ਭਾਰਤ ਦੀ ਗੱਲ ਕਰ ਲਈਏ। ਵੈਕਸੀਨ ਜਿਹੜਾ ਹੈ ਉਹਦੇ ਤੇ ਵੀ ਕੰਮ ਹੋ ਰਿਹਾ, ਪਰ WHO ਨੇ ਕਹਿ ਦਿੱਤਾ ਕਿ 2021 ਤੋਂ ਪਹਿਲਾਂ ਐਕਸਪੈਕਟ ਨਾ ਕਰੋ ਕਿ ਤੁਹਾਨੂੰ ਜਿਹੜੀ ਹੈ ਵੈਕਸੀਨ ਮਿਲ ਜਾਵੇਗੀ। ਹੁਣ ਤੁਸੀਂ ਕੀ ਸੋਚਦੇ ਹੋ ਕਿ ਕੀ ਹੁਣ ਹੋਵੇਗਾ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ 2020 ਦੇ ਅੰਤ ਤੱਕ? ਦੇਖੋ ਅਰਸ਼ ਜੀ, ਜਿਹੜਾ ਹੁਣ ਇਹ ਤਾਂ ਸਾਡਾ ਪਾਰਟ ਐਂਡ ਪਾਰਸਲ ਵਾਲੀ ਗੱਲ ਹੋ ਗਈ ਵੀ ਕਰੋਨਾ ਤਾਂ ਹੁਣ ਸਾਡੇ ਨਾਲ ਰਹਿਣਾ ਹੀ ਰਹਿਣਾ। ਬਿਲਕੁਲ। ਔਰ ਖਾਸ ਤੌਰ ਤੇ ਜਦੋਂ ਤੁਸੀਂ WHO ਦੀ ਗੱਲ ਕਰਦੇ ਹੋ, ਉਹਨਾਂ ਨੇ ਕਿਹਾ ਕਿ ਇਹਨੇ ਲੰਬੇ ਸਮੇਂ ਤੱਕ ਰਹਿਣਾ ਹੈ ਤਾਂ ਸਾਨੂੰ ਮੈਂਟਲੀ ਤੌਰ ਤੇ ਵੀ ਤਿਆਰ ਹੋ ਜਾਣਾ ਚਾਹੀਦਾ ਹੈ। ਸਾਨੂੰ ਉਹਨਾਂ ਦਮਗਜਿਆਂ 'ਚੋਂ ਬਾਹਰ ਨਿਕਲਣਾ ਚਾਹੀਦਾ ਹੈ ਜਿਹੜੀਆਂ ਸਾਰੀਆਂ ਸਰਕਾਰਾਂ, ਸਾਡੇ ਪੋਲੀਟੀਕਲ ਲੀਡਰ ਕਰਦੇ ਆ। ਬਹੁਤ ਸਾਰੀਆਂ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਆ ਕਿ ਕੋਈ ਕਹਿੰਦਾ 15 ਅਗਸਤ ਤੋਂ ਪਹਿਲਾਂ ਦਵਾਈ ਆ ਜਾਣੀ ਹੈ, ਕੋਈ ਕਹਿੰਦਾ ਜੀ ਸਾਡੇ ਤਾਂ ਟੈਸਟ ਵੀ ਸ਼ੁਰੂ ਹੋ ਗਏ, ਕਈ ਕਹਿੰਦਾ ਸਾਡੇ ਤਾਂ 80% ਤੱਕ ਪੋਜ਼ਿਟਿਵ ਆ ਗਏ ਵੀ ਠੀਕ ਹੋ ਗਿਆ ਕੰਮ, ਵੀ ਅਸੀਂ ਤਾਂ ਹੁਣੇ ਲਓ ਵੀ ਸਾਰੇ ਆਰਡਰ ਸਾਨੂੰ ਚੁਕਾ ਦਿਓ। ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਇਸ ਜਿਹੜੀ ਇਨਵਿਜ਼ੀਬਲ ਆਪਣਾ ਦੁਸ਼ਮਣ ਹੈ, ਇਸ ਤੋਂ ਬਚਣ ਵਾਸਤੇ ਮੈਨੂੰ ਲੱਗਦਾ ਕਿ ਸਾਨੂੰ ਆਪਣੀ ਨਿਜਤਾ ਦਿਖਾਉਣੀ ਪੈਣੀ ਹੈ। ਆਪਾਂ ਨੂੰ ਆਪਣੇ ਪਰਸਨਲ ਜਿਹੜੇ ਐਫਰਟਸ ਨੇ, ਸਰਕਾਰਾਂ ਵੱਲੋਂ ਤਾਂ ਜੋ ਐਫਰਟਸ ਕੀਤੇ ਜਾ ਰਹੇ ਉਹ ਵੱਖਰੀ ਗੱਲ ਆ ਜੀ, ਉਹਦੇ 'ਚ ਆਪਣਾ ਫਰਜ਼ ਬਣਦਾ ਇੱਕ ਚੰਗਾ ਸਿਟੀਜ਼ਨ, ਇੱਕ ਚੰਗਾ ਨਾਗਰਿਕ, ਇੱਕ ਦੇਸ਼ ਨੂੰ ਮੁਹੱਬਤ ਕਰਨ ਵਾਲਾ ਬੰਦਾ। ਉਹ ਕਿਉਂਕਿ ਇੱਕ ਬੰਦੇ ਤੋਂ ਬਹੁਤ ਸਾਰੇ ਲੋਕ ਅੱਗੇ ਪ੍ਰਭਾਵਿਤ ਹੁੰਦੇ ਆ। ਜੋ ਬਿਮਾਰ ਹੁੰਦਾ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਕਿ ਉਹ 23 ਤੋਂ 24 ਵਿਅਕਤੀਆਂ ਨੂੰ ਇੱਕ ਬੰਦਾ ਪ੍ਰਭਾਵਿਤ ਕਰਦਾ ਕਿਸੇ ਨਾ ਕਿਸੇ ਤਰੀਕੇ ਨਾਲ। ਸੋ ਉਹ ਸਾਰੀ ਚੀਜ਼ 'ਚ ਹੁਣ ਇਸ ਵੇਲੇ ਦੁਨੀਆ ਦੇ ਵਿੱਚ ਜੇ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ, ਸੁਪਰ ਪਾਵਰ ਮੁਲਕ ਆ, ਕਮੀ ਕਿਸੇ ਚੀਜ਼ ਦੀ ਨਹੀਂ, ਪੈਸੇ ਟਕੇ ਪੈਸੇ ਧੇਲੇ ਦੀ ਕਮੀ ਕੋਈ ਨਹੀਂ, ਪਰ ਜਿਸ ਤਰੀਕੇ ਨਾਲ ਹਰ ਰੋਜ਼ ਕੇਸ ਉੱਥੇ ਆ ਰਹੇ ਆ, ਔਰ ਕਦੇ 70,000, ਕਦੇ 60,000, ਕਦੇ 65,000, ਔਰ 4 ਮਿਲੀਅਨ ਤੋਂ ਉੱਪਰ ਕੇਸ ਚਲਿਆ ਗਿਆ ਉੱਥੇ। ਹੁਣ ਉਸ ਤੋਂ ਬਾਅਦ ਬ੍ਰਾਜ਼ੀਲ ਬੜੀ ਤੇਜ਼ੀ ਦੇ ਨਾਲ ਅੱਗੇ ਜਾ ਰਿਹਾ, 2 ਮਿਲੀਅਨ ਤੋਂ ਉੱਪਰ ਉੱਥੇ ਕੇਸ ਆ, ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ। ਗੱਲ ਇਹ ਸੀ ਕਿ ਭਾਰਤ ਦੇ ਵਿੱਚ ਅਸੀਂ ਇਹ ਗੱਲ ਨੂੰ ਮੰਨਦੇ ਸੀ ਅਰਸ਼ ਜੀ ਕਿ ਭਾਰਤ ਨੇ ਤਾਂ ਸਭ ਤੋਂ ਪਹਿਲਾਂ ਥਾਲੀਆਂ ਖੜਕਾ ਲਈਆਂ ਸੀਗੀਆਂ, ਨਿੰਬੂ ਖੜਕਾ ਲਏ ਸੀ, ਜਾਂ ਜੋ ਵੀ ਅਸੀਂ ਕਰ ਲਿਆ ਸੀ, ਸਾਡੇ ਤਾਂ ਵੜਦਾ ਨਹੀਂ। ਸਾਡੇ ਪੋਲੀਟੀਕਲ ਬੰਦਿਆਂ ਨੇ ਵੀ ਇਹ ਬਿਆਨ ਦਿੱਤੇ ਸੀ ਕਿ ਸਾਡੇ ਤਾਂ ਗਊਆਂ ਬੰਨ੍ਹ ਦੇਣੀਆਂ ਨੇ ਬਾਰਡਰ 'ਤੇ, ਸਾਡੇ ਕਰੋਨਾ ਕਿਵੇਂ ਵੜ ਜੂ। ਹੁਣ ਉਹ ਸਾਰੀ ਸਥਿਤੀ ਆਪਣੇ ਸਾਹਮਣੇ ਆ ਗਈ ਹੈ ਕਿ ਭਾਰਤ 'ਚ ਜਿੰਨੀ ਤੇਜ਼ੀ ਦੇ ਨਾਲ ਕੇਸ ਆ ਰਹੇ ਆ,
ਆ ਲੇਟੈਸਟ ਰਿਪੋਰਟਾਂ ਦੇ ਮੁਤਾਬਕ 45 ਤੋਂ 47 ਮਤਲਬ ਇੱਕ ਦਿਨ 'ਚ ਅੱਧਾ ਲੱਖ ਕੇਸ ਸਾਡੇ ਭਾਰਤ 'ਚ ਆ ਰਿਹਾ ਹੈ। ਉਹ ਆ ਰਿਹਾ ਹੈ ਜਿਹੜਾ ਸਿਰਫ ਟੈਸਟ ਕੀਤਾ ਜਾ ਰਿਹਾ ਹੈ। ਹਾਲਾਂਕਿ ਇੱਕ ਅਖਬਾਰ ਨੇ ਸਰਵੇ ਪੇਸ਼ ਕੀਤਾ ਦਿੱਲੀ ਦਾ ਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਦਿੱਲੀ ਦੇ 33% ਲੋਕ ਕਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਆ ਜਾਂ ਫਿਰ ਪੀੜਤ ਹੋ ਕੇ ਠੀਕ ਹੋ ਗਏ ਆ। ਹੁਣ ਤੁਸੀਂ ਅੰਦਾਜ਼ਾ ਇਸ ਗੱਲ ਦਾ ਲਾਓ ਅਰਸ਼ੀ ਜੀ ਕਿ ਦਿੱਲੀ ਦੇ ਵਿੱਚ 3 ਕਰੋੜ ਤੇ 30 ਲੱਖ ਆਬਾਦੀ ਹੈ। ਜੇ ਉਹਦੇ ਚੋਂ 30% ਵੀ ਆਪਾਂ ਲਾ ਲੈਣੇ ਆ, ਦੈਟ ਮੀਨਸ 1 ਕਰੋੜ ਬੰਦਾ ਤਾਂ ਦਿੱਲੀ 'ਚ ਪ੍ਰਭਾਵਿਤ ਹੋ ਗਿਆ। ਬਿਲਕੁਲ ਗੱਲ ਕਿੱਥੇ ਜਾ ਕੇ ਖੜੀ ਹੈ। ਸੋ ਇਹ ਸਾਰੀ ਚੀਜ਼ ਦੇ ਵਿੱਚ ਸਾਨੂੰ ਜਿੰਨੀ ਗੰਭੀਰਤਾ ਦੇ ਨਾਲ, ਨਾ ਤਾਂ ਅਮਰੀਕਾ ਨੇ ਇਹਨੂੰ ਲਿਆ, ਚਾਈਨਾ ਦੇ ਤਾਂ ਆਪਾਂ ਦੋਸ਼ ਲਾਉਂਦੇ ਆ, ਮੰਨਦੇ ਵੀ ਆ ਬਹੁਤ ਸਾਰੇ ਲੋਕ ਜਾਂ ਮੁਲਕ ਹੀ ਮੰਨਦੇ ਆ ਕਿ ਚਾਈਨਾ ਨੇ ਇਹ ਵਾਇਰਸ ਖੜਾ ਕੀਤਾ। ਚਲੋ ਉਹਨਾਂ ਨੇ ਆਪਣਾ ਕੰਮ ਕਰਤਾ, ਉਸ ਤੋਂ ਬਾਅਦ ਚ ਤਾਂ ਅਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ। ਅਮਰੀਕਾ ਦਾ ਰਾਸ਼ਟਰਪਤੀ ਵੀ ਇਸ ਨੂੰ ਮਜ਼ਾਕ ਕਰਦਾ ਰਿਹਾ। ਬਿਲਕੁਲ, ਉਹ ਤਾਂ ਹੁਣ ਤੱਕ ਮਾਸਕ ਦੇ ਸੰਬੰਧ ਵਿੱਚ ਮਜ਼ਾਕ ਕਰਦਾ ਰਿਹਾ ਵੀ ਮੈਂ ਕਿਸੇ ਨੂੰ ਮਾਸਕ ਪਾਉਣ ਵਾਸਤੇ ਕਹਿਣਾ ਨਹੀਂ। ਹਾਲਾਂਕਿ ਕੱਲ ਪਰਸੋਂ ਉਹਨਾਂ ਦਾ ਟਵੀਟ ਆਇਆ, ਆਖੇ ਜੀ ਜੇ ਮਾਸਕ ਪਾਉਣੀ ਦੇਸ਼ ਭਗਤੀ ਹੈ ਤਾਂ ਮੇਰੇ ਤੋਂ ਵੱਡਾ ਦੇਸ਼ ਭਗਤ ਕੋਈ ਨਹੀਂ ਕਹਿੰਦੇ। ਦੂਜੇ ਪਾਸੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਸਾਡੇ ਦੇਸ਼ ਦੇ ਵਿੱਚ ਵੀ ਥਾਲੀਆਂ ਭਾਂਡੇ ਖੜਕਾਈ ਗਏ, ਪ੍ਰਬੰਧ ਕੋਈ ਨਾ ਕੀਤੇ। ਪ੍ਰਬੰਧ ਇਸ ਕਰਕੇ ਵੀ ਸਾਡੇ ਲੇਟ ਹੋਏ ਕਿਉਂਕਿ ਸਾਡੇ ਉੱਥੇ ਰਾਜਨੀਤੀ ਇਸ ਕਦਰ ਭਾਰੂ ਸੀ ਕਿ ਜਦੋਂ ਇਸ ਗੱਲ ਦਾ ਇਨਸਾਫ ਹੋ ਗਿਆ ਸੀ ਕਿ ਕਰੋਨਾ ਵਾਇਰਸ ਬੜੀ ਤੇਜ਼ੀ ਦੇ ਨਾਲ ਆ ਰਿਹਾ ਹੈ, ਇੰਟਰਨੈਸ਼ਨਲ ਫਲਾਈਟਸ ਤਾਂ ਬੰਦ ਕਰ ਦੀਆਂ, ਪਰ ਲਾਕਡਾਊਨ ਇਸ ਕਰਕੇ ਨਹੀਂ ਸੀ ਕੀਤਾ ਇੰਡੀਆ ਦੇ ਵਿੱਚ ਕਿਉਂਕਿ ਉਸ ਵੇਲੇ ਜੇ ਪਾਰਲੀਮੈਂਟ ਚਾਲੂ ਰੱਖਦੇ ਸੀ ਤਾਂ ਹੀ ਫਿਰ ਉੱਧਰ ਜਿਹੜੀ ਮੱਧ ਪ੍ਰਦੇਸ਼ ਦੀ ਸਰਕਾਰ ਸੀ ਉਹਨੂੰ ਤੋੜ ਕੇ ਆਪਣੇ ਥੱਲੇ ਲਿਆ ਸਕਦੇ ਸੀ। ਉਹ ਪ੍ਰਬੰਧ ਕਰ ਲਏ, ਸਰਕਾਰ ਤੋੜ ਲਈ। ਉਸ ਤੋਂ ਬਾਅਦ 'ਚ ਜਿਹੜਾ ਮੌਜੂਦਾ ਹਾਲਾਤ ਹੁਣ ਨੇ ਦੁਨੀਆ ਦੇ ਵਿੱਚ, ਵਾਅਦੇ ਤੇ ਦਾਅਵੇ ਜੋ ਮੈਂ ਪਹਿਲਾਂ ਕਿਹਾ ਕਿ ਬਹੁਤ ਨੇ, ਪਰ ਇਸ ਮਾਮਲੇ 'ਚ WHO ਨੇ ਤਾਂ ਸਪਸ਼ਟ ਕਰਤਾ ਕਿ ਅਸੀਂ ਕੋਈ ਮਾੜੀ ਮੋਟੀ ਦਵਾਈ ਲਿਆ ਕੇ ਕੋਈ ਰੌਲਾ ਪਾ ਦੇ ਜੀ ਆ ਜੀ, ਜਿਵੇਂ ਉਹ ਸਵਾਮੀ ਰਾਮਦੇਵ ਆ ਕਿਹੜਾ ਉਹ ਹਨਾ ਕੱਪੜੇ ਜੇ ਪਾਉਂਦਾ ਹੁੰਦਾ, ਜੇਕਰ ਆਪਾਂ ਉਹਦਾ ਮੰਨ ਲਈਏ ਵੀ ਹਾਂਜੀ ਉਹ ਆਪਣੀ ਕਰੋਨਾ ਜਿਹੜੀ ਵੀ ਲੈ ਕੇ ਆ ਗਿਆ, ਇਹ ਨਹੀਂ WHO ਨੇ ਮੰਨਣੀ। ਸੋ ਇਸ ਕਰਕੇ ਕਿਉਂਕਿ ਲੱਖਾਂ ਬੰਦਾਂ ਦੇ ਡੋਜ਼ ਇਹ ਜਾਣੀ ਹੈ ਜੀ, ਇਹ ਤਾਂ ਇੱਕ ਵਿਨਾਸ਼ਕਾਰੀ ਕੰਮ ਵੀ ਇਹ ਹੋ ਸਕਦਾ। ਸੋ ਇਸ ਮਾਮਲੇ 'ਚ ਸਾਨੂੰ ਆਪਣੇ ਤੌਰ ਤੇ ਜਿਵੇਂ ਤੁਸੀਂ ਸਟਾਰਟਿੰਗ 'ਚ ਕਿਹਾ ਕਿ ਲੋਕਾਂ ਨੂੰ ਆਪਣੀ ਬਣਦੀ ਡਿਊਟੀ ਨਿਭਾਉਣੀ ਹੋਊਗੀ। ਜਿਹੜੇ ਪਬਲਿਕ ਪਲੇਸ ਨੇ ਜਾਂ ਸੋਸ਼ਲ ਗੈਦਰਿੰਗ ਹੈ, ਇਹਨਾਂ ਚੀਜ਼ਾਂ ਤੋਂ ਸਾਨੂੰ ਅਵੋਇਡ ਕਰਨਾ ਪੈਣਾ ਹੈ, ਤਾਂ ਹੀ ਅਸੀਂ ਬਚ ਸਕਾਂਗੇ। ਜੇਕਰ ਕਾਲਜੇ 'ਚ ਹਾਲੇ ਤੱਕ ਜੇ ਤੇਰੀ ਲੱਗੀ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਸੋ ਇਸ ਕਰਕੇ ਹਾਲਾਤ ਬਹੁਤ ਬੁਰੇ ਨੇ, ਪਰ ਸਾਨੂੰ ਆਪਣੇ ਆਪ ਨੂੰ ਸਮਝਣਾ ਪਊਗਾ, ਤਾਂ ਹੀ ਸਾਡੇ ਘਰ 'ਚ ਆਉਣ ਤੋਂ ਬਿਮਾਰੀ ਤੋਂ ਅਸੀਂ ਬਚ ਸਕਦੇ ਹਾਂ। ਬਿਲਕੁਲ, ਸਾਨੂੰ ਆਪਣੇ ਆਪ ਨੂੰ ਦੇਖਣਾ ਪਊਗਾ, ਕੰਟਰੋਲ ਕਰਨਾ ਪਊਗਾ। ਅਸੀਂ ਪਾਰਟੀਆਂ ਜਿਹੜੀਆਂ ਕਰ ਰਹੇ ਸੀਗੇ ਉਹ ਇੱਕ ਸੀਮਿਤ ਦਾਇਰੇ 'ਚ ਕਰ ਸਕਦੇ ਹਾਂ। ਹਜੇ ਆਪਾਂ ਨੂੰ ਕਿਹਾ ਕਿ ਤੁਸੀਂ ਇੱਕ ਬਬਲ ਬਣਾ ਲਓ, ਇੱਕ ਫੈਮਿਲੀ 2 ਫੈਮਿਲੀਜ਼ ਇਕੱਠੀਆਂ ਹੋ ਸਕਦੀਆਂ ਹੈਗੀਆਂ। ਇਹ ਨਹੀਂ ਕਿ ਅਸੀਂ ਪਹਿਲਾਂ ਵਾਂਗੂ ਜਦੋਂ ਅਸੀਂ 2019 ਦੇ ਵਿੱਚ ਰਹਿੰਦੇ ਸੀ ਉਸ ਤਰ੍ਹਾਂ ਅਸੀਂ ਵੱਡੀਆਂ ਪਾਰਟੀਆਂ ਜਿਹੜੀਆਂ ਨੇ ਉਹ ਕਰ ਲਈਏ। ਹੁਣ ਚਾਈਨਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈਗਾ ਸਾਰਿਆਂ ਦੇ ਲਈ। ਹਰ ਕੋਈ ਚਾਈਨਾ ਦੇ ਵੱਲ ਉਂਗਲ ਕਰ ਰਿਹਾ ਹੈਗਾ ਕਿ ਚਾਈਨਾ ਨੇ ਇਹ ਸਭ ਕੁਝ ਕੀਤਾ ਹੈਗਾ ਆ। ਚਾਈਨਾ ਦੇ ਵਿੱਚ ਆਪਦੇ ਸੁਧਾਰ ਹੋ ਗਿਆ ਹੈਗਾ, ਉੱਥੇ ਹਾਲਾਤ ਸੁਧਰ ਰਹੇ ਨੇ, ਪਰ ਹੋਰ ਦੇਸ਼ਾਂ ਦੇ ਵਿੱਚ ਇਹ ਬਿਮਾਰੀ ਉਹ ਜ਼ਿਆਦਾ ਫੈਲ ਰਹੀ ਹੈਗੀ ਹੈ। ਹੁਣ ਚਾਈਨਾ ਦੇ ਨਾਲ ਜੇ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਦੇ ਵਿੱਚ US ਦੇ ਵਿੱਚ ਵੀ ਕਿਹਾ ਗਿਆ ਕਿ ਜਿਹੜੇ ਉੱਥੇ ਡਿਪਲੋਮੈਟ ਹੈਗੇ ਨੇ ਜਾਂ ਉੱਥੇ ਜਿਹੜੇ ਦੂਤਘਰ ਹੈਗੇ ਨੇ ਉਹਨਾਂ ਨੂੰ ਬੰਦ ਕੀਤਾ ਜਾ ਸਕਦਾ, ਕਿਉਂਕਿ ਉਹ ਕਹਿੰਦੇ ਕਿ ਉੱਥੇ ਜਦੋਂ ਦੂਤਘਰ ਬੰਦ ਕੀਤੇ ਆ ਉੱਥੇ ਅੱਗਾਂ ਲਗਾ ਦਿੱਤੀਆਂ ਗਈਆਂ ਨੇ ਤੇ ਉੱਥੇ ਜਾਂ ਕਿ ਜਿਹੜੀ ਵੀ ਉਹਨਾਂ ਦੀ ਇਨਫੋਰਮੇਸ਼ਨ ਹੈਗੀ ਆ ਉਹ ਅੱਗ ਲਾ ਕੇ ਸਾੜੀ ਜਾਵੇ। ਸੋ ਉਸ ਤੋਂ ਬਾਅਦ ਹੁਣ ਚਾਈਨਾ ਤੇ ਅਮਰੀਕਾ ਦੇ ਜਿਹੜੇ ਰਿਲੇਸ਼ਨਸ਼ਿਪ ਸੀ ਉਹ ਬਹੁਤ ਖਰਾਬ ਹੈਗੇ ਨੇ। ਕੈਨੇਡਾ ਨਾਲ ਵੀ ਉਹਨਾਂ ਦੇ ਹੋਰ ਕਾਰਨਾਂ ਕਰਕੇ ਜਿਹੜੇ ਸੰਬੰਧ ਨੇ ਉਹ ਖਰਾਬ ਨੇ, ਚਾਹੇ ਉਹ ਕਰੋਨਾ ਕਰਕੇ ਨਹੀਂ, ਪਰ ਮਾਈਕਲਸ ਨੂੰ ਗ੍ਰਿਫਤਾਰ ਕਰਨਾ ਤੇ ਹੋਰ ਜਿਹੜੀ ਉਹਨਾਂ ਦੀ ਮੇਂਗ ਨੂੰ ਇੱਥੇ ਗ੍ਰਿਫਤਾਰ ਕਰਨਾ, ਉਹਦੇ ਕਰਕੇ ਵੀ ਚਾਈਨਾ ਦੇ ਨਾਲ ਬਿਹਤਰ ਨਹੀਂ ਹੈਗੇ ਸੰਬੰਧ। ਹੁਣ ਜੇ ਅਸੀਂ ਭਾਰਤ ਦੇ ਨਾਲ ਗੱਲ ਕਰਦੇ ਹਾਂ, ਭਾਰਤ ਦੇ ਨਾਲ ਕਰੋਨਾ ਨੂੰ ਲੈ ਕੇ ਜਿਹੜੇ ਸੰਬੰਧ ਹੈਗੇ ਆ ਉਹ ਤਾਂ ਵਿਗੜਦੇ ਹੀ ਆ, ਪਰ ਨਾਲ ਹੁਣ ਸਰਹੱਦ ਨੂੰ ਲੈ ਕੇ ਜਿਹੜੇ ਮਾਮਲਾ ਸੀਗਾ ਉਹ ਸਾਹਮਣੇ ਆਇਆ ਸੀਗਾ। ਹੁਣ ਚਾਈਨਾ ਨੂੰ ਲੈ ਕੇ ਜਿਹੜੀ ਭਾਰਤ ਦੀ ਸਰਕਾਰ ਹੈਗੀ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਅਰਸ਼ ਜੀ, ਬੜਾ ਇੰਪੋਰਟੈਂਟ ਇਹ ਇਸ਼ੂ ਹੈ। ਦੁੱਖ ਦੀ ਗੱਲ ਇਹ ਹੈ ਕਿ ਸਾਡਾ ਕੋਈ ਵੀ ਮੀਡੀਆ ਜਿਹੜਾ ਆਪਣੇ ਆਪ ਨੂੰ ਕੋਈ ਕਹਿੰਦਾ ਸਭ ਤੋਂ ਤੇਜ਼, ਕੋਈ ਕਹਿੰਦਾ ਸਭ ਤੋਂ ਵੱਡਾ ਭਰੋਸੇਮੰਦ, ਕੋਈ ਕਹਿੰਦਾ ਦੇਸ਼ ਦੀ ਆਵਾਜ਼, ਪਤਾ ਨਹੀਂ ਤਰ੍ਹਾਂ ਦੀਆਂ ਟੈਗਲਾਈਨ ਲਾ ਕੇ ਚਲਾਉਂਦੇ ਆ, ਪਰ ਉਹ ਲੱਗਦਾ ਕਿ ਸਾਰੀਆਂ ਦੇ ਸਾਰੀਆਂ ਟੈਗਲਾਈਨਾਂ ਝੂਠੀਆਂ ਨੇ। ਹੁਣ ਦੇਸ਼ ਦੇ ਵਿੱਚ ਪਿਛਲੇ ਸਮੇਂ ਤੋਂ ਜਦੋਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ, ਇਹ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਉਹਨਾਂ ਦੀ ਸਰਕਾਰ ਨੇ ਇਸ ਚੀਜ਼ ਨੂੰ, ਜਿਹੜਾ ਮੀਡੀਆ ਸੀ ਖਾਸ ਤੌਰ ਤੇ, ਉਹਦੇ 'ਤੇ ਕੰਟਰੋਲ ਕੀਤਾ। ਲੋਕਤੰਤਰ ਦੇ ਨਾਂ 'ਤੇ ਉੱਥੇ ਬਹੁਤ ਸਾਰਾ ਡੰਡਾ ਤੰਤਰ ਚੱਲ ਰਿਹਾ ਹੈ।
ਉੱਥੇ ਕੋਈ ਵੀ ਕੋਈ ਪੋਲੀਟੀਕਲ ਬੰਦਾ ਕੋਈ ਜਾਂ ਹੋਰ ਕੋਈ ਬੰਦਾ ਗੱਲ ਕਰਨ ਦੀ ਕਰਦਾ ਤਾਂ ਸਰਕਾਰੀ ਏਜੰਸੀਆਂ ਨੂੰ ਇੱਕ ਲੱਠ ਮਾਰਾ ਵਾਂਗੂ ਤਿਆਰ ਰੱਖਿਆ ਜਾਂਦਾ। ਕੋਈ ਵੀ ਕੋਈ ਪੋਲੀਟੀਕਲ ਪਾਰਟੀ ਤੋੜਨੀ ਹੋਵੇ, ਉਹਦੇ ਐਮਐਲਏ ਤੋੜਨੇ ਹੋਣ ਤਾਂ ਉਹਨਾਂ ਦੇ ਘਰਾਂ 'ਚ ਕਦੇ ਕਿਸੇ ਦੇ ਸੀਬੀਆਈ, ਕਿਸੇ ਦੇ ਈਡੀ, ਕਿਸੇ ਦੇ ਇਨਕਮ ਟੈਕਸ ਦੀਆਂ ਟੀਮਾਂ ਰਾਤੋਂ ਰਾਤ ਪਹੁੰਚ ਜਾਂਦੀਆਂ ਨੇ। ਉਸੇ ਤਰੀਕੇ ਨਾਲ ਮੀਡੀਆ ਨੂੰ ਕੰਟਰੋਲ ਕੀਤਾ ਗਿਆ। ਮੀਡੀਆ ਉੱਥੇ ਵਿਸ਼ਵਾਸਜਨਕ ਰਿਹਾ ਨਹੀਂ। ਮੈਂ ਤਾਂ ਇਹ ਗੱਲ ਵੀ ਕਹਿਣਾ ਹੁੰਦਾ, ਅਸੀਂ ਭਾਵੇਂ ਮੀਡੀਆ ਦਾ ਹਿੱਸਾ, ਪਰ ਭਾਰਤ ਦੇ ਵਿੱਚ ਮੀਡੀਆ ਜਿਸ ਤਰੀਕੇ ਨਾਲ ਇੱਕ ਤਰ੍ਹਾਂ ਨਚਾਰ ਵਾਂਗੂ ਨਾਚ ਮੇਰੀ ਬੁਲਬੁਲ ਕੀ ਪੈਸਾ ਮਿਲੇਗਾ, ਉਹ ਹਾਲਾਤ ਜਿਹੜੇ ਸਾਡੇ ਨਚਾਰ ਪੜ੍ਹਨ ਵਾਲੇ ਕਰ ਦਿੱਤੇ ਆ, ਉਸ ਦੇ ਵਿੱਚ ਕੋਈ ਵੀ ਬੰਦਾ ਜਾਂ ਕੋਈ ਵੀ ਮੀਡੀਆ ਸੱਚਾਈ ਦਿਖਾਉਣ ਨੂੰ ਤਿਆਰ ਨਹੀਂ। ਹੁਣ ਗੱਲ ਇਹ ਹੈ ਜੀ ਕਿ ਗਲਵਾਨ ਘਾਟੀ ਦੇ ਵਿੱਚ ਕਲੈਸ਼ ਹੋਇਆ ਜੀ, 20 ਜਵਾਨ ਸਾਡੇ ਸ਼ਹੀਦ ਹੋ ਗਏ, 1.5 ਦਰਜਨ ਦੇ ਕਰੀਬ ਸਾਡਾ ਜ਼ਖਮੀ ਹੋਇਆ ਜਿਹੜਾ ਜੇ ਹਸਪਤਾਲਾਂ 'ਚ ਇਲਾਜ ਅਧੀਨ ਹੈ। ਉਸ ਤੋਂ ਬਾਅਦ 'ਚੋਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ, ਸਾਡੇ ਦੇਸ਼ ਦਾ ਗ੍ਰਹਿ ਮੰਤਰੀ, ਸਾਡੇ ਦੇਸ਼ ਦਾ ਰੱਖਿਆ ਮੰਤਰੀ, ਸਾਡੇ ਦੇਸ਼ ਦੇ ਫਾਈਨਾਂਸ ਮਿਨਿਸਟਰ ਸਾਰੇ ਕਹਿੰਦੇ ਨੇ ਸਾਡੇ 1 ਇੰਚ ਵੀ ਚਾਈਨੀਜ਼ ਅੰਦਰ ਨਹੀਂ ਆਏ। ਇਹ 1 ਇੰਚ ਇਹਨਾਂ ਦਾ ਪਤਾ ਨਹੀਂ ਕਿੱਡਾ ਕੁ ਵੱਡਾ। ਹੁਣ ਜੇਕਰ ਆਪਾਂ ਡਾਟੇ ਕੱਢ ਕੇ ਦੇਖਦੇ ਹਾਂ, 1 ਇੰਚ ਦੀ ਉਦੋਂ ਇਹ ਗੱਲ ਕਰਦੇ ਸੀ, ਹੁਣ ਤਾਂ ਇਹ ਗੱਲ ਮੰਨਦੇ ਆ ਕਿ ਸਾਡੀਆਂ ਵੀ ਸੈਨਾਵਾਂ ਵਾਪਸ ਚਲੀ ਗਈਆਂ ਔਰ ਚਾਈਨਾ ਦੀਆਂ ਵੀ ਵਾਪਸ ਚਲੀ ਗਈਆਂ। ਪਰ ਉਹੀ ਮੀਡੀਆ ਜਿਹੜਾ ਸਰਕਾਰੀ ਮੰਨਿਆ ਜਾਂਦਾ ANI, ਜਾਂ ਫਿਰ ਆਪਾਂ ਚੰਗਾ ਮੀਡੀਆ ਜਿਹੜਾ ਮੰਨਿਆ ਜਾਂਦਾ ਹੈ ਉਹਦੇ ਵਿੱਚ NDTV ਦਾ ਆਪਾਂ ਜ਼ਿਕਰ ਕਰ ਲਈਏ, ਜਾਂ ਫਿਰ ਬਿਜ਼ਨਸ ਸਟੈਂਡਰਡ ਦਾ ਗੱਲ ਕਰ ਲਈਏ, ਜਿਹੜੇ ਟੌਪ ਕਲਾਸ ਮੀਡੀਆ ਨੇ, ਜਾਂ ਹਿੰਦੂ ਦੀ ਆਪਾਂ ਗੱਲ ਕਰ ਲਈਏ, ਇਹ ਉਹ ਗੱਲ ਨੇ ਜਿਹੜੇ ਰਿਫਾਈਨ ਤਰੀਕੇ ਨਾਲ ਆਪਣੀ ਜਰਨਲਿਜ਼ਮ ਕਰਦੇ ਆ। ਹੁਣ ਬਿਜ਼ਨਸ ਸਟੈਂਡਰਡ ਦੇ ਵਿੱਚ ਇੱਕ ਪੂਰੇ ਦਾ ਪੂਰਾ ਗ੍ਰਾਫ ਅਰਸ਼ 'ਚ ਛਪਿਆ। ਉਸ ਦੇ ਵਿੱਚ ਉਹ ਦੱਸਦੇ ਆ ਕਿ ਡਿਪਸੋਂਗ ਜਿਹੜਾ ਵੈਲੀ ਆ, ਡਿਪਸੋਂਗ ਵੈਲੀ ਦੇ ਵਿੱਚ ਚਾਈਨੀਜ਼ ਆਰਮੀ 14 ਤੋਂ 16 ਕਿਲੋਮੀਟਰ, 16 ਤੋਂ 18 ਈਵਨ ਕਿਲੋਮੀਟਰ ਸਾਡੇ ਅੰਦਰ ਹੈ। ਔਰ ਜਿਹੜਾ ਪੈਂਗੋਂਗ ਹੈ ਪੈਂਗੋਂਗ ਦੇ ਵਿੱਚ 10 ਕਿਲੋਮੀਟਰ ਦੇ ਅੰਦਰ ਸਾਡੀ ਆਰਮੀ ਉਹਨਾਂ ਦੀ ਚਾਈਨੀਜ਼ ਦੀ ਸਾਡੇ ਅੰਦਰ ਹੈਗੀ ਹੈ। ਔਰ ਅਸੀਂ ਕਹੀ ਜਾਂਦੇ ਸਾਡੇ ਇੰਚ ਨਹੀਂ ਹੈ, ਸਾਨੂੰ ਤਾਂ ਇੰਚ ਦਾ ਹੀ ਹਿਸਾਬ ਨਹੀਂ ਹੈ ਵੀ ਸਾਡਾ ਇੰਚ ਕਿੱਡਾ ਕੁ ਹੈ। ਸੋ ਇਸ ਕਰਕੇ ਗੁੰਮਰਾਹ ਕੀਤਾ ਜਾ ਰਿਹਾ। ਉਸ ਮਾਮਲੇ 'ਚ ANI ਨੇ ਵੀ ਮੰਨਿਆ ਕਿ ਇਸ ਤਰੀਕੇ ਨਾਲ ਸਾਡੀਆਂ ਜਿਹੜੀਆਂ ਫਿੰਗਰ ਦੀ ਆਪਾਂ ਗੱਲ ਕਰਦੇ ਹੁੰਦੇ ਸੀ, ਉਹਦੇ ਵਿੱਚ ਫਿੰਗਰ 8 ਤੱਕ ਸਾਡੀ ਆਰਮੀ ਗਸ਼ਤ ਕਰਦੀ ਸੀ ਔਰ ਚਾਈਨੀਜ਼ ਆਰਮੀ ਫਿੰਗਰ 4 ਤੱਕ ਗਸ਼ਤ ਕਰਦੀ ਸੀ। ਹੁਣ ਚਾਈਨੀਜ਼ ਆਰਮੀ ਫਿੰਗਰ 5 ਤੇ ਬੈਠੀ ਹੈ, ਇਹਦਾ ਮਤਲਬ 8 ਕਿਲੋਮੀਟਰ ਦਾ ਏਰੀਆ ਤਾਂ ਉਹ ਵੀ ਉਹਨਾਂ ਨੇ ਦੱਬਿਆ ਹੈ। ਅਸੀਂ ਆਪਣੇ ਆਪ ਨੂੰ ਕਹੀ ਜਾਂਦੇ ਹਾਂ ਕਿ ਨਹੀਂ ਜੀ ਨਹੀਂ, ਸਾਡਾ ਤਾਂ ਸਾਰਾ ਕੁਝ ਠੀਕ ਹੈ ਜੀ, ਸਾਨੂੰ ਤਾਂ ਰੌਲਾ ਹੀ ਕੋਈ ਨਹੀਂ ਜੀ ਹੈ। ਕਿਉਂਕਿ ਗੱਲ ਇਹੀ ਹੈ ਨਾ, ਜਦੋਂ ਸਰਕਾਰ ਵੀ तुम्हारी है और सरदार भी तुम्हारा है, झूठ को सच लिख दो अखबार भी तुम्हारा है। ਜਦੋਂ ਹਾਲਾਤ ਇਦਾਂ ਦੇ ਬਣ ਜਾਂਦੇ ਆ ਫਿਰ ਉਸ ਵੇਲੇ ਸੱਚ ਲੋਕਾਂ ਦੇ ਸਾਹਮਣੇ ਨਹੀਂ ਆਉਂਦਾ। ਪਰ ਇਹ ਦੇਸ਼ ਦੇ ਵਾਸਤੇ ਗਦਾਰੀ ਵਾਲੀ ਗੱਲ ਜ਼ਰੂਰ ਹੈ। ਅਸੀਂ ਇੱਕ ਪਾਸੇ ਤਾਂ ਲੋਕਾਂ ਦੇ ਟੈਗ ਲਾਉਂਦੇ ਆ ਕਿ ਫਲਾਣਾ ਦੇਸ਼ ਦਾ ਗਦਾਰ ਹੈ, ਫਲਾਣਾ ਦੇਸ਼ ਦਾ ਦੁਸ਼ਮਣ ਹੈ। ਕੀ ਦੇਸ਼ ਦੀ ਧਰਤੀ ਦੂਜੇ ਦੇਸ਼ਾਂ ਨੂੰ ਦਬਾ ਕੇ ਝੂਠ ਬੋਲਣਾ ਕੀ ਦੇਸ਼ ਨਾਲ ਗਦਾਰੀ ਨਹੀਂ? ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਅਰਸ਼ ਜੀ ਬਣੇ ਹੋਏ, ਉਹ ਬਹੁਤ ਸਾਰੀਆਂ ਚੀਜ਼ਾਂ ਇਸ਼ਾਰਾ ਕਰਦੀਆਂ ਨੇ ਕਿ ਇੱਕ ਕੈਨਵਸ, ਇੱਕ ਇਮੇਜ ਬਣਾਉਣ ਦੀ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅੱਗਾ ਦੌੜ ਪਿੱਛਾ ਝੌੜ ਵੀ ਨਜ਼ਰ ਆਉਂਦਾ। ਜੀ ਬਿਲਕੁਲ। ਤੁਸੀਂ ਮੀਡੀਆ ਦੀ ਗੱਲ ਕੀਤੀ ਹੈ ਕਿ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ, ਤੇ ਮੀਡੀਆ ਦੇ ਵਿੱਚ ਰੋਲ ਸਭ ਤੋਂ ਵੱਡਾ ਹੁੰਦਾ ਰਿਪੋਰਟਰਸ ਦਾ, ਜੀ, ਜਿਨ੍ਹਾਂ ਨੇ ਰਿਪੋਰਟਿੰਗ ਇਕੱਠੀ ਕਰਨੀ ਹੈ। ਇੱਥੇ ਅਸੀਂ ਜਦੋਂ ਰਿਪੋਰਟਿੰਗ ਦੀ ਗੱਲ ਕਰਨੀ ਆ ਤਾਂ ਬਹੁਤ ਡਿਫਰੈਂਸ ਹੈਗਾ ਆ ਇੰਡੀਆ ਦੇ ਨਾਲੋਂ। ਜੇ ਕੰਪੇਅਰ ਕਰਨ ਲੱਗ ਜਾਓ ਤਾਂ ਇੱਥੇ ਜਿਹੜੀ ਰਿਪੋਰਟਿੰਗ ਕਰਨੀ ਉਹ ਹੋਰ ਤਰ੍ਹਾਂ ਦੀ ਹੈ, ਹੋਰ ਲੈਵਲ ਦੇ ਉੱਤੇ ਆ। ਇੰਡੀਆ ਦੇ ਵਿੱਚ ਤੁਹਾਨੂੰ ਬਹੁਤ ਕੁਝ ਕਰਨਾ ਪੈਂਦਾ ਹੈ, ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਰਿਪੋਰਟਿੰਗ ਕਰਨੀ ਪੈਂਦੀ ਹੈਗੀ ਹੈ। ਉੱਥੋਂ ਇੱਕ ਖਬਰਾਂ ਆ ਗਈਆਂ ਸੀਗੀਆਂ ਕਿ ਯੂਪੀ ਦੇ ਵਿੱਚ ਇੱਕ ਰਿਪੋਰਟਰ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਉਹ ਕੀ ਖਬਰ ਹੈਗੀ ਹੈ? ਦੁੱਖ ਦੀ ਗੱਲ ਇਹ ਹੈ ਕਿ ਦੇਸ਼ ਦੇ ਵਿੱਚ ਦਿਖਾਇਆ ਤੇ ਜਾ ਰਿਹਾ ਕਿ ਰਾਸ਼ਟਰਵਾਦ ਬਹੁਤ ਭਾਰੂ ਹੈ ਜੀ। ਹੁਣ ਰਾਸ਼ਟਰ ਨੂੰ ਪਿਆਰ ਕਰਨ ਵਾਲੇ ਲੋਕ ਬਹੁਤ ਆ, ਤੇ ਸਰਕਾਰਾਂ ਇਸ ਤਰ੍ਹਾਂ ਦੀਆਂ ਸਾਡੇ ਚੁਣੀਆਂ ਜਾ ਰਹੀਆਂ ਨੇ ਦਿਖਾਵੇ ਦੇ ਵਿੱਚ ਕਿ ਉਹ ਬਿਲਕੁਲ ਟੋਲਰੈਂਸ ਨਹੀਂ ਕਰਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਦੇ ਨਾਲ ਬਿਲਕੁਲ ਸਟਿਆ ਹੋਇਆ ਸੂਬਾ ਯੂਪੀ ਦੇ ਵਿੱਚ ਵੀ BJP ਦੀ ਸਰਕਾਰ ਔਰ BJP ਦਾ ਹਾਰਡ ਕੋਰ ਚਿਹਰਾ ਆਦਿੱਤਿਆਨਾਥ ਜੋਗੀ ਜੀ, ਜਿਹੜੇ ਉੱਥੋਂ ਦੇ ਮੁੱਖ ਮੰਤਰੀ ਹੈ, ਉਹ ਕਹਿੰਦੇ ਆ ਕਿ ਅਸੀਂ ਇੱਥੇ ਗੈਂਗਸਟਰ ਕੋਈ ਨਹੀਂ ਰਹਿਣ ਦੇਣਾ, ਇੱਥੇ ਗੁੰਡਾਤੰਤਰ ਕੋਈ ਨਹੀਂ ਰਹਿਣ ਦੇਣਾ। ਉਹਨਾਂ ਦੀਆਂ ਬਹੁਤ ਸਾਰੀਆਂ ਖਬਰਾਂ ਇਸ ਤਰੀਕੇ ਨਾਲ ਗਈਆਂ ਨੇ ਕਿ ਪੁਲਿਸ ਨੇ ਉੱਥੇ ਧੱਕਾ ਕਰਕੇ ਬਹੁਤ ਸਾਰੇ ਲੋਕਾਂ ਨੂੰ ਕਥਿਤ ਰੂਪ ਵਿੱਚ ਇਨਕਾਊਂਟਰਸ ਵੀ ਉਹਨਾਂ ਦੇ ਕੀਤੇ ਹੈ। ਪਰ ਗਰਾਊਂਡ ਰਿਪੋਰਟ ਹੈ ਜਿਹੜੀ ਉਹ ਹੋਰ ਚੀਜ਼ਾਂ ਸ਼ੋਅ ਕਰਦੀ ਹੈ। ਹੁਣ ਜਿਹੜੀ ਗੱਲ ਤੁਸੀਂ ਕੀਤੀ ਹੈ ਗਾਜ਼ੀਆਬਾਦ ਦੀ ਘਟਨਾ ਹੈ, ਦਿੱਲੀ ਦੇ ਬਿਲਕੁਲ ਨਾਲ ਹੈ ਗਾਜ਼ੀਆਬਾਦ ਜੀ। ਗਾਜ਼ੀਆਬਾਦ ਦੇ ਵਿੱਚ ਇੱਕ ਪੱਤਰਕਾਰ ਹੈ, ਪੱਤਰਕਾਰ ਉੱਥੇ ਇੱਕ ਸੱਟਾ ਲੱਗਦਾ। ਸੱਟਾ ਜਦੋਂ ਵੀ ਅਰਸ਼ ਜੀ ਲੱਗਦਾ ਜੀ,
ਇਹ ਜਿਹੜੀ ਪੋਲੀਟੀਕਲ ਸ਼ੈ ਤੋਂ ਬਿਨਾ, ਪੋਲੀਟੀਕਲ ਆਸ਼ੀਰਵਾਦ ਤੋਂ ਬਿਨਾ ਕਦੇ ਵੀ ਨਹੀਂ ਲੱਗਦਾ ਹੁੰਦਾ, ਕਿਉਂਕਿ ਆਪਾਂ ਵੀ ਜਰਨਲਿਜ਼ਮ ਕੀਤੀ, ਆਪਾਂ ਨੂੰ ਸਭ ਪਤਾ ਹੈ ਕਿ ਇਹਨਾਂ ਨੂੰ ਕੌਣ ਚਲਾਉਂਦੇ ਆ, ਕਿ ਇਹਨਾਂ ਕੋਲ ਪੈਸਾ ਜਾਂਦਾ। ਉੱਥੇ ਉਹ ਸੱਟਾ ਲੱਗਦਾ ਸੀ, ਪੱਤਰਕਾਰ ਨੇ ਰਿਪੋਰਟ ਕੀਤੀ ਤਾਂ ਸੱਟੇਬਾਜ਼ਾਂ ਨੇ ਉਹਨੂੰ ਘੇਰ ਕੇ ਉਹਦੇ ਨਾਲ ਗੁੱਥਮ ਗੁੱਥੀ ਹੋਈ ਕਿ ਤੈਨੂੰ ਅਸੀਂ ਗੋਲੀਆਂ ਮਾਰ ਦਿਆਂਗੇ। ਉਸ ਬੰਦੇ ਨੇ ਉਸ ਗੱਲ ਦੀ ਰਿਪੋਰਟ ਲਿਖਾਈ, ਥਾਣੇ ਵਾਲਿਆਂ ਨੇ ਬਿਲਕੁਲ ਉਹਦੀ ਰਿਪੋਰਟ ਤੇ ਗੌਰ ਨਹੀਂ ਕੀਤਾ। ਦੁੱਖ ਦੀ ਗੱਲ ਇਹ ਹੈ ਕਿ ਉਹੀ ਪੱਤਰਕਾਰ ਦੀ ਭਤੀਜੀ ਜਿਹੜੀ ਜਾ ਰਹੀ ਹੈ ਉਹਨੂੰ ਈਵ ਟੀਜ਼ਿੰਗ ਕੀਤੀ ਜਾਂਦੀ ਹੈ। ਈਵ ਟੀਜ਼ਿੰਗ ਦੇ ਮਾਮਲੇ 'ਚ ਜਦੋਂ ਪੱਤਰਕਾਰ ਫਿਰ ਰਿਪੋਰਟ ਕਰਾਉਂਦਾ ਫਿਰ ਵੀ ਉਹ 'ਤੇ ਕਾਰਵਾਈ ਕੋਈ ਨਹੀਂ ਹੁੰਦੀ। ਫਿਰ ਉਹੀ ਪੱਤਰਕਾਰ ਆਪਣੇ ਬੱਚਿਆਂ ਦੇ ਨਾਲ, 2 ਧੀਆਂ ਦੇ ਨਾਲ ਬਾਜ਼ਾਰ ਦੇ ਵਿੱਚ ਜਾ ਰਿਹਾ ਹੈ। ਇੱਕ ਗੁੰਡਿਆਂ ਦਾ ਗਰੁੱਪ ਜਿਹੜੇ 8-9 ਬੰਦੇ ਨੇ ਉਹਨੂੰ ਬਾਜ਼ਾਰ 'ਚ ਘੇਰ ਲੈਂਦੇ ਆ, ਘੇਰ ਕੇ ਪਹਿਲਾਂ ਤਿੱਖੇ ਹਥਿਆਰਾਂ ਨਾਲ ਹਮਲਾ ਕਰਦੇ ਆ, ਫਿਰ ਉਹਦੇ ਸਿਰ 'ਚ ਗੋਲੀ ਮਾਰਦੇ ਆ। ਔਰ ਇਹ ਅਸੀਂ ਇੱਕ ਪਾਸੇ ਅਸੀਂ ਕਹਿੰਦੇ ਕਿ ਰਾਮ ਰਾਜ ਆ ਗਿਆ, ਇਹ ਰਾਮ ਰਾਜ ਹੈ। ਜੇ ਰਾਮ ਰਾਜ ਇਹੋ ਜਿਹਾ ਫਿਰ ਤਾਂ ਧੰਨ ਭਾਗ ਹੈ ਸਾਡੇ। ਔਰ ਜਿੱਥੇ ਉਹਦੀਆਂ ਬੱਚੀਆਂ ਵਿਚਾਰੀਆਂ ਰੋ ਕੁਰਲਾ ਰਹੀਆਂ ਨੇ, ਉਹਨਾਂ ਦੇ ਸਾਹਮਣੇ ਉਹਦੇ ਬਾਪ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਔਰ ਕੋਈ ਪੁੱਛਣ ਵਾਲਾ ਨਹੀਂ। ਹੁਣ ਸਰਕਾਰ ਨੇ ਐਲਾਨ ਕਰਤਾ ਅਖੇ ਜੀ ਪੱਤਰਕਾਰ ਮਰ ਗਿਆ ਸੀ ਤੇ ਅਸੀਂ ਉਹਦੇ ਨਾਲ ਸੰਤਾਪਨਾ ਕਰਦੇ ਹਾਂ, ਉਹਨੂੰ 10 ਲੱਖ ਰੁਪਈਆ ਘਰ ਨੂੰ ਦੇਵਾਂਗੇ ਤੇ ਇੱਕ ਨੌਕਰੀ ਦੇਵਾਂਗੇ। ਇਹ ਕਿਹੜਾ ਤੁਹਾਡਾ ਇਨਸਾਫ ਹੈ ਕਿ ਜਦੋਂ ਪਹਿਲਾ ਬੰਦਾ ਆ ਇਨਸਾਫ ਵਾਸਤੇ ਗਿੜਗੜਾ ਰਿਹਾ ਹੈ ਔਰ ਕੰਪਲੇਂਟ ਵੀ ਕਰ ਰਿਹਾ ਹੈ, ਉਹਨੂੰ ਸ਼ਰੇਆਮ ਚੌਥਾ ਥੰਮੋਂ ਪੱਤਰਕਾਰਤਾ ਦੇ ਆਪਾਂ ਐਲਾਨ ਬੜੇ ਕਰਦੇ ਹਾਂ, ਬੜੇ ਸੈਮੀਨਾਰਾਂ 'ਚ ਬੋਲਦੇ ਹਾਂ, ਤੇ ਉਹਨਾਂ ਨੂੰ ਜਿਸ ਤਰੀਕੇ ਨਾਲ ਦਬਾਉਣ ਦੀ ਗੁੰਡਾ ਤੰਤਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਇੱਕ ਗੱਲ ਹੋਰ ਦੇਖੋ ਹਰਸ਼ ਜੀ, ਜਿਹੜਾ ਵੀ ਉੱਥੇ ਕੋਈ ਸੱਚੀ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਉਸ ਪੱਤਰਕਾਰ ਦੇ ਖਿਲਾਫ ਦੇਸ਼ ਦੇ ਵੱਡੇ ਵੱਡੇ ਨੇਤਾਵਾਂ ਤੋਂ ਲੈ ਕੇ ਗਲੀ ਚੌਰਾਹਿਆਂ ਵਾਲੇ ਜਿਹੜੇ ਦੁੱਕੀ ਹੁੰਦੇ ਆ, ਸਾਰੀਆਂ ਜਿਹੜੀਆਂ ਇੱਕ ਟੀਮਾਂ ਬਣੀਆਂ ਉਹਨਾਂ ਦੇ ਗਲ ਪੈ ਜਾਂਦੀਆਂ ਨੇ। ਕਿੱਡਾ ਕਾਬਲ ਪੱਤਰਕਾਰ ਰਵੀਸ਼ ਕੁਮਾਰ NDTV ਵਾਲਾ, ਮੈਡਗਾਸੇ ਆਵਾਜ਼ ਉਹਨਾਂ ਨੂੰ ਮਿਲਦਾ ਹੈ, ਉਹ ਬਹੁਤ ਘੱਟ ਲੋਕਾਂ ਨੂੰ ਮਿਲਿਆ। ਤੇ ਦੇਸ਼ ਦਾ ਪ੍ਰਧਾਨ ਮੰਤਰੀ ਤੱਕ, ਗ੍ਰਹਿ ਮੰਤਰੀ ਤੱਕ ਪਹਿਲਾਂ ਵੀ ਪੱਤਰਕਾਰ ਮੁਖਾਲਫਤਾਂ ਜਾਂ ਸਰਕਾਰਾਂ ਦੇ ਖਿਲਾਫ ਲਿਖਦੇ ਰਹੇ ਆ, ਸਰਕਾਰਾਂ ਉਹਨਾਂ ਦਾ ਮਾਣ ਸਤਿਕਾਰ ਕਰਦੀਆਂ ਰਹੀਆਂ ਨੇ, ਕਿਸੇ ਨੇ ਉਹਨੂੰ ਵਧਾਈ ਤੱਕ ਨਹੀਂ ਦਿੱਤੀ। ਫਿਰ ਪੁੰਨਿਆ ਪ੍ਰਸੰਨ ਵਾਜਪਾਈ ਸੀ, ਬਾ ਕਮਾਲ ਪੱਤਰਕਾਰ। ਆਜ ਤੱਕ ਦੇ ਵਿੱਚ ਉਸ ਦੀ ਜਿਹੜੀ ਦਸਤਕ ਆਉਂਦੀ ਸੀ, ਲੋਕ ਵੱਡੀ ਗਿਣਤੀ 'ਚ ਉਡੀਕਦੇ ਸੀ। ਉਸ ਨੂੰ ਜਿਸ ਤਰੀਕੇ ਨਾਲ ਕੱਢਿਆ ਗਿਆ ਕਿਉਂਕਿ ਉਹ ਸਹੀ ਗੱਲ ਕਰਦਾ ਸੀ। ਫਿਰ ਅਬਿਸ਼ਾਰ ਸ਼ਰਮਾ ਸੀ ਮੁੰਡਾ, ਬਾ ਕਮਾਲ ਪੱਤਰਕਾਰ, ਕਿਉਂਕਿ ਉਹ ਗੋਦੀ ਮੀਡੀਆ ਵਾਲੀ ਭਾਸ਼ਾ ਨਹੀਂ ਸੀ ਬੋਲਦਾ, ਜਿਹੜਾ ਉਹ ਨਚਾਰ ਬਣਾ ਵਾਲਾ ਨਹੀਂ ਸੀ ਕਰਦਾ, ਜੋ ਉਹਨਾਂ ਦੇ ਏਜੰਡੇ ਨਹੀਂ ਸੀ ਕਰਦਾ। ਸੋ ਇਸ ਕਰਕੇ ਉੱਥੇ ਪੱਤਰਕਾਰਤਾ ਬਹੁਤ ਔਖੀ ਹੋਈ ਪਈ ਹੈ, ਜਿਹਦੀ ਐਗਜ਼ਾਮਪਲ ਆਪਾਂ ਹੁਣ ਗਾਜ਼ੀਆਬਾਦ ਵਾਲੀ ਤੋਂ ਸੀ। ਜੀ ਬਿਲਕੁਲ। ਤੇ ਨਾਲ ਹੁਣ ਤੁਸੀਂ ਰਾਮਰਾਜ ਦੀ ਗੱਲ ਕੀਤੀ ਸੀਗੀ, ਤੇ ਰਾਮਰਾਜ ਦੀ ਗੱਲ ਕੀਤੀ ਤਾਂ ਅਯੋਧਿਆ ਰਾਮ ਮੰਦਿਰ ਦੀ ਵੀ ਗੱਲ ਕਰ ਲਈਏ। ਵੱਡੇ ਵੱਡੇ ਨੇਤਾ ਦੀਆਂ ਜਿਹੜੀਆਂ ਉੱਥੇ ਪੇਸ਼ੀਆਂ ਪਈਆਂ ਨੇ, ਤੇ ਹੁਣ ਉਸ ਮਾਮਲੇ ਦੇ ਵਿੱਚ ਕੀ ਕੁਝ ਹੋ ਰਿਹਾ? ਅਯੋਧਿਆ ਦਾ ਮਾਮਲਾ 1991 ਤੋਂ ਚੱਲਿਆ ਆ ਰਿਹਾ ਹੈ। 1991 'ਚ ਜਦੋਂ ਹਾਰਡਕੋਰ ਨੇਤਾ ਦੇ ਤੌਰ ਤੇ ਜਾਣੇ ਜਾਂਦੇ ਸੀ LK ਅਡਵਾਨੀ, ਜਨਸੰਘ ਪਹਿਲਾਂ ਭਾਰਤ ਦੇ ਵਿੱਚ ਹੁੰਦੀ ਸੀ, ਜਨਸੰਘ ਤੇ ਤਰ੍ਹਾਂ ਦੀਆਂ ਫਿਰ RSS ਤੇ ਪਾਬੰਦੀਆਂ ਵੀ ਲੱਗੀਆਂ, ਜਨਸੰਘ ਫਿਰ ਇਲੈਕਸ਼ਨਾਂ ਵੀ ਲੜਦੀ ਰਹੀ, RSS ਉਹਨਾਂ ਦਾ ਵੱਖ ਰੂਪ ਰਿਹਾ। 1980 ਦੇ ਵਿੱਚ ਜਾ ਕੇ ਫਿਰ ਜਨਸੰਘ ਨੇ ਇੱਕ ਆਪਣੀ ਪਾਰਟੀ ਬਣਾ ਲਈ ਜਿਹਦਾ ਨਾਮ BJP ਰੱਖਿਆ ਗਿਆ, ਭਾਰਤੀ ਜਨਤਾ ਪਾਰਟੀ। ਹੈ ਅਸਲ 'ਚ RSS ਦਾ ਹੀ ਜਨਸੰਘ ਦਾ ਹੀ ਹਿੱਸਾ ਹੈ। 1982 ਦੇ ਵਿੱਚ ਇਹਨਾਂ ਨੇ ਦੇਸ਼ ਦੀਆਂ ਚੋਣਾਂ ਲੜੀਆਂ ਸੀ, ਪਰ ਸਿਰਫ 2 ਸੀਟਾਂ ਆਈਆਂ ਸੀ ਇਹਨਾਂ ਨੂੰ ਜੀ। ਫਿਰ ਉਸ ਤੋਂ ਬਾਅਦ ਚੋਂ ਜਿਉਂ-ਜਿਉਂ ਹਾਲਾਤ ਚੇਂਜ ਹੁੰਦੇ ਗਏ ਤਾਂ ਕੱਟੜਵਾਦ ਦਾ ਚਿਹਰਾ LK ਅਡਵਾਨੀ ਦੇ ਰੂਪ 'ਚ ਜਾਂ ਮੁਰਲੀ ਮਨੋਹਰ ਜੋਸ਼ੀ ਦੇ ਰੂਪ 'ਚ ਜਾਂ ਫਿਰ ਅਟਲ ਬਿਹਾਰੀ ਵਾਜਪਾਈ ਨੂੰ ਇੱਕ ਰਿਫਾਈਨ ਦੇ ਤੌਰ ਤੇ ਮੰਨਿਆ ਜਾਂਦਾ ਸੀ, ਪਰ ਇਹ ਜਨਸੰਘ ਦੇ ਚਿਹਰੇ ਮੋਹਰੇ ਸੀ। 1991 ਦੇ ਵਿੱਚ LK ਅਡਵਾਨੀ ਰਥ ਯਾਤਰਾ ਕੱਢਦੇ ਆ, ਅਖੇ ਜੀ ਰਾਮ ਮੰਦਿਰ ਬਚਾਣਾ ਹੈ। ਉਸ ਦੇ ਵਿੱਚ ਕਿਉਂਕਿ ਧਾਰਮਿਕ ਆਸਥਾ ਜੁੜੀ ਹੋਈ ਹੈ, ਰਾਮਚੰਦਰ ਜੀ ਨੂੰ ਭਗਵਾਨ ਮੰਨਿਆ ਜਾਂਦਾ ਹੈ, ਕੋਈ ਉਹਨਾਂ ਨੂੰ ਯੋਧਾ ਮੰਨਦੇ ਆ। ਸੋ ਉਸ ਚੀਜ਼ ਦੇ ਵਿੱਚ ਸਾਰੀ ਦੁਨੀਆ ਨੂੰ ਇਹ ਕਿਹਾ ਗਿਆ ਕਿ ਜਿੱਥੇ ਰਾਮ ਮੰਦਿਰ ਜਾਂ ਜਿੱਥੇ ਰਾਮ ਜਨਮ ਭੂਮੀ ਹੈ, ਉੱਥੇ ਬਾਬਰੀ ਮਸਜਿਦ ਬਾਬਰ ਨੇ ਬਣਾਈ ਸੀ ਆਪਣਾ ਮੰਦਿਰ ਢਾਹ ਕੇ। ਹਾਲਾਂਕਿ ਇਸ ਵਿੱਚ ਬਹੁਤ ਸਾਰੀਆਂ ਕੰਟਰੋਵਰਸੀਜ਼ ਨੇ, ਕੋਈ ਤੱਥ ਕਿਤੇ ਹੈ ਨਹੀਂ, ਪਰ ਧਾਰਮਿਕ ਆਸਥਾ ਜੁੜੀ ਹੋਣ ਕਰਕੇ ਲੱਖਾਂ ਦੀ ਤਾਦਾਦ 'ਚ ਲੋਕ ਪਿੱਛੇ ਗਏ। ਉਸ ਬਾਬਰੀ ਮਸਜਿਦ ਨੂੰ ਢਾਇਆ ਗਿਆ ਔਰ ਢਾਉਣ ਦੇ ਵਿੱਚ ਵੀ ਬਹੁਤ ਸਾਰੀਆਂ ਸਰਕਾਰਾਂ ਨੇ, ਕਿ ਕਲਿਆਣ ਸਿੰਘ ਉਸ ਵੇਲੇ ਦਾ ਮੁੱਖ ਮੰਤਰੀ ਹੁੰਦਾ ਸੀ, ਉਸ ਦਾ ਜਿਹੜਾ ਰੋਲ ਰਿਹਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਫਿਰ ਮੰਦਿਰ ਢਹਿ ਗਿਆ, ਸਾਰਾ ਕੁਝ ਹੋ ਗਿਆ। ਹੁਣ ਉਹਦਾ ਕੇਸ ਵੀ ਪਿਛਲੇ ਸਮੇਂ 'ਚ ਉਹੀ ਜਸਟਿਸ ਜਿਹੜਾ ਬੜਾ ਸਖਤ ਮੰਨਿਆ ਜਾਂਦਾ ਸੀ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ, ਉਹ ਛੇਤੀ 2-3 ਫੈਸਲੇ ਸਰਕਾਰ ਦੇ ਹੱਕ 'ਚ ਦੇ ਗਿਆ
ਇਸ ਵੇਲੇ ਰਾਜ ਸਭਾ ਮੈਂਬਰ ਵੀ ਨਾਲ ਦੀ ਨਾਲ ਹੀ ਬਣ ਗਿਆ। ਇੱਕ ਹੱਥ ਲਈ ਵਾਲੀ ਗੱਲਬਾਤ ਉਹਨਾਂ ਤੇ ਵੀ ਦੋਸ਼ ਲੱਗਦਾ ਜੀ। ਹੁਣ ਉਸ ਜਿਹੜੀ ਤੋੜਨ ਦੀ ਕਾਰਵਾਈ ਸੀ ਜਿਹੜੀ ਮੰਦਰ ਦੀ, ਉਹ ਕੇਸ ਚੱਲਦਾ ਸੀ, ਉਸ ਦੇ ਵਿੱਚ ਹੁਣ ਸੁਣਵਾਈ ਲਗਾਤਾਰ ਹੋ ਰਹੀ ਸੀ ਤੇ ਲੱਗਦਾ ਹੈ ਕਿ ਅਗਸਤ ਦੇ ਐਂਡ ਜੇ 'ਚ ਜਾ ਕੇ ਜਾਂ ਅਗਸਤ ਦੇ ਅੱਧ 'ਚ ਜਾ ਕੇ ਉਹਦਾ ਫੈਸਲਾ ਆ ਜਾਣਾ ਹੈ। ਉਹ 'ਚ ਬਹੁਤ ਸਾਰੇ, ਜਿਵੇਂ ਮੈਂ LK ਅਡਵਾਨੀ ਉਹਨਾਂ ਦਾ ਜ਼ਿਕਰ ਕੀਤਾ, ਇਹ ਮੇਨ ਉਹਦੇ ਵਿੱਚ ਨਾਮਜ਼ਦ ਸੀਗੇ। ਫਿਰ ਉਮਾ ਭਾਰਤੀ ਸੀ ਜੀ, ਉਹ ਵੀ ਕੋਰਟ ਦੇ ਵਿੱਚ ਪੇਸ਼ ਹੋਏ। ਮੁਰਲੀ ਮਨੋਹਰ ਜੋਸ਼ੀ ਸੀ, ਉਹ ਪੇਸ਼ ਹੋਏ। ਤੇ ਇਸ ਤੋਂ ਇਲਾਵਾ ਵਿਨੇ ਕਟਿਆਰ ਹੋਣੀ ਸੀਗੇ, ਤਾਂ ਹੋਰ ਜਾਂ ਕਲਿਆਣ ਸਿੰਘ ਹੋਣੀ ਸੀਗੇ। ਹੁਣ ਕੱਲ ਮੁਰਲੀ ਮਨੋਹਰ ਜੋਸ਼ੀ ਉਹਨਾਂ ਦੀ ਜਿਹੜੀ ਵੀਡੀਓ ਕਾਨਫਰੰਸ ਰਾਹੀਂ ਕੋਰਟ ਦੇ ਸਾਹਮਣੇ ਪੇਸ਼ੀ ਹੋਈ ਹੈ ਜਾਂ ਬਿਆਨ ਕਾਲਮਬੰਦ ਹੋਏ ਆ, ਉਹਨਾਂ ਨੇ ਹੁਣ ਕਿਹਾ ਜੀ ਇਹ ਤਾਂ CBI ਨੇ ਜੀ ਸਾਨੂੰ ਗਲਤ ਫਸਾਤਾ ਜੀ। ਤੇ ਹੁਣ ਚੱਕਰ ਇਹ ਹੈ ਕਿ ਹੁਣ CBI ਸਾਡੀ ਹੈ। ਹੁਣ ਦੇਖੋ ਉਹਨਾਂ ਦੇ ਵਿੱਚ ਸਾਰੀਆਂ ਗੱਲਾਂ ਕੀ ਨਿਕਲਦੀਆਂ ਨੇ, ਪਰ ਮੈਨੂੰ ਹੁਣੇ ਤੋਂ ਸ਼ੰਕੇ ਨਜ਼ਰ ਆਉਂਦੇ ਆ ਕਿ ਬਿਆਨ ਜਾਂ ਫੈਸਲਾ ਕਿਸ ਤਰ੍ਹਾਂ ਦਾ, ਕਿਉਂਕਿ ਅਦਾਲਤਾਂ ਨੇ ਸਬੂਤਾਂ ਦੇ ਨਾਲ ਸਾਰੇ ਦਾ ਸਾਰਾ ਫੈਸਲਾ ਦੇਣਾ ਹੁੰਦਾ। ਜਦੋਂ ਸਬੂਤ ਹੈ ਤੁਸੀਂ ਕਮਜ਼ੋਰ ਕਰ ਲੈਣੇ, ਫਿਰ ਅਦਾਲਤ ਬੇਬਸ ਹੋ ਜਾਂਦੀ ਹੈ ਨਾ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਥੇ ਆਉਣਾ, ਦੂਜੇ ਪਾਸੇ ਇਹ ਵੀ ਅਰਸ਼ ਨਜ਼ਰ ਆਉਂਦਾ ਜੀ ਕਿ ਲੱਗਦਾ ਕਿ ਭਗਵਾਨ ਰਾਮਚੰਦਰ ਸ਼ਾਇਦ ਹੁਣ BJP 'ਚ ਸ਼ਾਮਲ ਹੋ ਗਿਆ। ਉਹ ਜਿਸ ਤਰੀਕੇ ਨਾਲ ਉਹ ਸਾਰੇ ਦੇਸ਼ ਦੇ ਭਗਵਾਨ ਦੇ ਤੌਰ ਤੇ ਜਾਣੇ ਜਾਂਦੇ ਆ, ਸਾਰੇ ਲੋਕਾਂ ਦੀ ਆਸਥਾ ਉਹਨਾਂ 'ਚ ਹੈ, ਪਰ BJP RSS ਤੇ ਜਿਹੜੀ ਕੱਟੜ ਜਮਾਤ ਆ ਉਹ ਇਹ ਸ਼ੋਅ ਕਰ ਰਹੀ ਹੈ ਕਿ ਸਿਰਫ ਤੇ ਸਿਰਫ ਭਗਵਾਨ ਰਾਮਚੰਦਰ ਹੈ ਜਿਹੜਾ ਉਹ ਸਾਡਾ ਹੈ, ਉਹ ਹੋਰ ਕਿਸੇ ਦਾ ਨਹੀਂ, ਹੋਰ ਕੋਈ ਹਿੰਦੂ ਇਹਦੇ ਨਾਲ ਨੇੜੇ ਤੇੜੇ ਨਹੀਂ ਖੜ ਸਕਦਾ। ਇਸੇ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ 5 ਅਗਸਤ ਨੂੰ ਹੁਣ ਚੱਲਿਆ ਉੱਥੇ ਭੂਮੀ ਪੂਜਨ ਕਰਨ ਵਾਸਤੇ। ਤੇ ਇਹਨਾਂ ਸਾਰੀਆਂ ਚੀਜ਼ਾਂ 'ਚ ਲੱਗਦਾ ਕਿ ਜਿਹੜੇ ਮੇਨ ਚਿਹਰਾ ਮੋਹਰਾ ਸੀ ਉਹ ਤਾਂ ਹੁਣ ਅਦਾਲਤਾਂ 'ਚ ਨੇ, ਚਾਹੇ LK ਅਡਵਾਨੀ ਹੈ ਤੇ ਮੁਰਲੀ ਮਨੋਹਰ ਜੋਸ਼ੀ ਹੈ। ਉਹਨਾਂ ਦਾ ਇਹ ਵੀ ਨਹੀਂ ਪਤਾ ਕਿ ਮੁਰਲੀ ਮਨੋਹਰ ਜੋਸ਼ੀ ਨੂੰ, LK ਅਡਵਾਨੀ ਨੂੰ ਉਸ ਦੇ ਵਿੱਚ ਸੱਦਾ ਪੱਤਰ ਦਿੱਤਾ ਜਾਊਗਾ ਕਿ ਨਹੀਂ, ਪਰ ਦੇਸ਼ ਦਾ ਪ੍ਰਧਾਨ ਮੰਤਰੀ ਜਾਊਗਾ। ਜੀ ਬਿਲਕੁਲ, ਧਰਮ ਦੇ ਨਾਂ ਤੇ ਕੁਝ ਮਰਜ਼ੀ ਕਰਵਾ ਲਓ ਇੰਡੀਆ ਦੇ ਵਿੱਚ, ਕਿਉਂਕਿ ਧਰਮ ਕਿਤੇ ਨਾ ਕਿਤੇ ਸਾਨੂੰ ਅੰਨਾ ਕਰ ਦਿੰਦਾ ਹੈਗਾ ਆ। ਇੱਕ ਅੰਨਾ ਵਿਸ਼ਵਾਸ ਹੁੰਦਾ ਹੈਗਾ ਆ ਧਰਮ ਦੇ ਨਾਂ ਤੇ। ਧਰਮ ਨਾਲ ਵਿਸ਼ਵਾਸ ਕਰਨ ਦਾ ਕੋਈ ਇਹ ਨਹੀਂ ਕਿ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਪਰ ਅੰਨਾ ਵਿਸ਼ਵਾਸ ਨਹੀਂ ਹੋਣਾ ਚਾਹੀਦਾ। ਇੰਡੀਆ ਦੇ ਬਾਰੇ ਗੱਲਬਾਤ ਹੋਈ ਹੈ, ਪੰਜਾਬ ਦੇ ਬਾਰੇ ਕਰਾਂਗੇ, ਪਰ ਬ੍ਰੇਕ ਲਾ ਲੈਂਦੇ ਆ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ। ਸਟ੍ਰੇਟ ਟਾਕ, ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋ ਰਹੀ ਹੈ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ ਦੇ ਨਾਲ। ਅਸੀਂ ਇੰਡੀਆ ਦੀ ਸਿਆਸਤ ਦੇ ਬਾਰੇ ਤਾਂ ਗੱਲਬਾਤ ਕੀਤੀ ਹੈ, ਪੰਜਾਬ ਦੀ ਸਿਆਸਤ ਦੇ ਬਾਰੇ ਗੱਲਬਾਤ ਕਰਾਂਗੇ, ਪਰ ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਾਂਝਾ TV ਤੇ ਪ੍ਰੋਗਰਾਮ ਸਟ੍ਰੇਟ ਟਾਕ ਦੇ ਵਿੱਚ ਗੱਲਬਾਤ ਹੋ ਰਹੀ ਹੈ ਸਿਆਸਤ ਦੇ ਬਾਰੇ, ਕਿ ਸਿਆਸਤ ਦੇ ਵਿੱਚ ਕੀ ਹੋ ਰਿਹਾ, ਤੇ ਰੁਖ ਕਰਦੇ ਹਾਂ ਹੁਣ ਪੰਜਾਬ ਦੀ ਸਿਆਸਤ ਦੇ ਵੱਲ। ਸੋ ਮਿਸਟਰ ਧਾਲੀਵਾਲ, ਅਸੀਂ ਪੰਜਾਬ ਦੇ ਬਾਰੇ ਜੇ ਗੱਲ ਕਰੀਏ ਤਾਂ ਸੁਖਬੀਰ ਬਾਦਲ ਜਿਨ੍ਹਾਂ ਨੇ ਹੁਣ ਇੱਕ ਚੈਨਲ ਨੂੰ ਨੋਟਿਸ ਭੇਜਿਆ ਹੈਗਾ, ਉਹ ਕੀ ਖਬਰ ਹੈਗੀ ਹੈ? ਅਰਸ਼ ਜੀ, ਇਹ ਪਿਛਲੇ ਸਮੇਂ ਤੋਂ ਜਦੋਂ ਤੋਂ ਵਿਵਾਦ ਦੁਬਾਰਾ ਸਰਸੇ ਵਾਲੇ ਡੇਰੇ ਦਾ ਇਹਨਾਂ ਦਿਨਾਂ 'ਚ ਖਬਰਾਂ ਤੇ ਸੁਰਖੀਆਂ ਬਣੀਆਂ ਹੋਈਆਂ ਨੇ, ਇੱਕੋ ਦਮ ਹੀ ਜਦੋਂ ਤੋਂ CBI ਐਕਟਿਵ ਹੋਈ ਹੈ ਉਦੋਂ ਤੋਂ ਹੀ ਸਰਸੇ ਵਾਲੇ ਦੇ ਡੇਰੇ ਦੇ ਜਿਹੜੇ ਉਹਨਾਂ ਦੇ ਪ੍ਰਬੰਧਕ ਨੇ ਜਾਂ ਉਹਨਾਂ ਦੇ ਪੈਰੋਕਾਰ ਨੇ ਜਾਂ ਫਿਰ ਉਹਨਾਂ ਦੇ ਮਾਊਥਪੀਸ ਨੇ, ਉਹ ਸਾਰੇ ਐਕਟਿਵ ਹੋ ਗਿਆ। ਖਾਸ ਤੌਰ ਤੇ ਜਦੋਂ ਤੋਂ ਇਹ ਗੱਲ ਹੋਈ ਕਿ CBI ਨੇ ਦੁਬਾਰਾ ਰਿਵਿਊ ਪਟੀਸ਼ਨ ਪਾਤੀ, ਉਧਰੋਂ SIT ਨੇ ਡੇਰੇ ਵਾਲੇ ਸਾਧ ਨੂੰ ਨਾਮਜ਼ਦ ਕਰ ਲਿਆ। ਪੋਸੀਬਿਲਿਟੀ ਇਹ ਹੋ ਗਈ ਕਿ SIT ਹੋ ਸਕਦਾ ਹੈ ਕਿ ਉਹਨਾਂ ਨੂੰ ਉੱਥੋਂ ਬੁਲਾ ਕੇ ਇੱਥੇ ਪੁੱਛਗਿੱਛ ਕਰੇ। ਪੁੱਛਗਿੱਛ ਕਰਨ ਦੇ ਨਾਲ ਫਿਰ ਬਾਤ ਨਿਕਲੇਗੀ ਤਾਂ ਦੂਰ ਤਲਕ ਜਾਏਗੀ, ਫਿਰ ਕੁਝ ਲੋਕ ਉਹਦੇ ਵਿੱਚ ਇਨਵੋਲਵ ਹੋ ਸਕਦੇ ਆ। ਸੋ ਉੱਪਰੋਂ ਇਹ ਸਾਰੀ ਇੱਕ ਕੰਪੋਜੀਸ਼ਨ ਨਜ਼ਰ ਆਈ ਕਿ CBI ਨੂੰ ਹੁਕਮ ਹੋਇਆ ਕਿ ਚਲੋ ਵੀ ਤੁਸੀਂ ਦੁਬਾਰਾ ਕੰਮ ਲੱਗੋ। ਹੁਣ ਉਹ ਸਾਰੀ ਚੀਜ਼ ਦੇ ਵਿੱਚ ਮੀਡੀਆ ਘਰਾਣਿਆਂ ਨੇ ਵੀ ਇਸ ਨੂੰ ਖਰੀਦਣਾ ਸ਼ੁਰੂ ਕੀਤਾ। ਇੱਕ ਪੰਜਾਬ ਦੇ ਨਿਊਜ਼ ਚੈਨਲ ਨੇ ਕੁਝ ਲੋਕਾਂ ਨੂੰ ਸੱਦਿਆ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਤਾਂ ਇੱਕ ਡੇਰੇ ਦੇ ਸਪੋਕਸਮੈਨ ਦੇ ਤੌਰ ਤੇ ਬੀਬੀ ਬਲਬੀਰ ਕੌਰ ਜੀ ਚੈਨਲ ਤੇ ਆਏ। ਉਸ ਚੈਨਲ ਦੇ ਵਿੱਚ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਡੇ ਬਾਬੇ ਨੂੰ ਗਲਤ ਫਸਾਇਆ ਜਾ ਰਿਹਾ, ਸਾਡੇ ਬਾਬੇ ਦਾ ਕਸੂਰ ਕੋਈ ਨਹੀਂ, ਬਾਬਾ ਸਾਡਾ ਦੁੱਧ ਧੋਤਾ ਹੈ, ਐਵੇਂ ਉੱਤੇ ਛਿੱਟੇ ਪਾਈ ਜਾਂਦੇ ਆ। ਉਹ ਤਾਂ ਬੜਾ ਚੰਗਾ ਬੰਦਾ, ਉਹਨੂੰ ਤਾਂ ਪੋਸ਼ਾਕ ਵੀ ਜਿਹੜੀ ਤੁਸੀਂ ਰੌਲਾ ਪਾਉਂਦੇ ਹੋ, ਇਹ ਪੋਸ਼ਾਕ ਤਾਂ ਤੁਹਾਡੇ ਲੀਡਰ ਨੇ ਭੇਜੀ ਸੀ। ਉਸ ਦੇ ਨਾਲ ਹੀ ਉਹਨਾਂ ਨੇ ਪੁੱਛਿਆ ਕਿ ਲੀਡਰ ਦੱਸੋ, ਕਹਿੰਦੇ ਮੈਨੂੰ ਦੱਸਣ ਦੀ ਕੀ ਲੋੜ ਹੈ, ਤੁਹਾਡੇ ਪੁਰਾਣੇ ADGP ਜਾਂ DGP ਸ਼ਸ਼ੀ ਕਾਂਤ ਸੀ, ਉਹਨਾਂ ਨੇ ਦੱਸਿਆ ਹੀ ਸੀ। ਹੁਣ ਉਹਨਾਂ ਨੇ ਕਿਹਾ ਕਿ ਸ਼ਸ਼ੀ ਕਾਂਤ ਨੇ ਤਾਂ ਦੱਸਿਆ, ਉਹ ਤੁਸੀਂ ਵੀ ਦੱਸ ਦਿਓ। ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਨੇ ਤਾਂ ਪੋਸ਼ਾਕ ਭੇਜੀ ਸੀ ਉਹਨਾਂ ਦੀ 8 ਸੈਕਟਰ ਵਾਲੀ ਕੋਠੀ 'ਚੋਂ ਜਾਂ 9 'ਚ ਜਿਹੜੀ ਸੀ।
ਹੁਣ ਉਸ ਤੋਂ ਬਾਅਦ ਚੋਂ ਲਗਾਤਾਰ ਚਰਚਾ ਸਿੱਖ ਜਥੇਬੰਦੀਆਂ ਨੇ ਸੁਖਬੀਰ ਬਾਦਲ ਦੇ ਨਾਂ ਤੇ ਕਿਹਾ ਕਿ ਇਹਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ ਜੀ ਜਾਂ ਸਿੱਖ ਪੰਥ ਚੋਂ ਕੱਢਿਆ ਜਾਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਵੱਡਾ ਇਸ਼ੂ ਆ ਪੰਜਾਬ 'ਚ। ਇਹ ਛੇਤੀ ਅਰਸ਼ ਖਤਮ ਨਹੀਂ ਹੋਣਾ। ਬਿਲਕੁਲ। ਸੋ ਇਸ ਕਰਕੇ ਉਹਨਾਂ ਦੇ ਇਸ ਮਾਮਲੇ 'ਚ ਫਿਰ ਸੁਖਬੀਰ ਸਿੰਘ ਬਾਦਲ ਨੇ, ਹੁਣ ਇਹ ਖਬਰ ਆਈ ਹੈ ਕਿ ਉਹਨਾਂ ਨੇ ਉਸ ਬੀਬੀ ਬਲਵੀਰ ਕੌਰ ਨੂੰ, ਉਸ ਚੈਨਲ ਨੂੰ, ਉਹਨਾਂ ਦੇ ਸ਼ਾਇਦ ਰਿਪੋਰਟਰ ਨੂੰ, ਸਾਰਿਆਂ ਨੂੰ ਹੀ ਕਾਨੂੰਨੀ ਨੋਟਿਸ ਭੇਜਿਆ ਕਿ ਤੁਸੀਂ ਮੇਰਾ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੈਨੂੰ ਜਾਂ ਤਾਂ ਮਾਫੀ ਮੰਗੋ ਜਾਂ 2 ਦਿਨਾਂ ਸਪਸ਼ਟੀਕਰਨ ਦਿਓ ਜਾਂ ਫਿਰ ਮੈਂ ਲੀਗਲ ਤੁਹਾਡੇ ਖਿਲਾਫ ਕਾਰਵਾਈ ਕਰੂੰਗਾ। ਮੰਨ ਲੈਂਦੇ ਹਾਂ ਪੋਲੀਟੀਕਲ ਬੰਦੇ ਇਸ ਚੱਕਰ 'ਚ, ਵੈਸੇ ਤਾਂ ਸੁਖਬੀਰ ਬਾਦਲ ਜੀ ਨੂੰ ਪੈਣਾ ਨਹੀਂ ਸੀ ਚਾਹੀਦਾ, ਕਿਉਂ ਜੇ ਤਾਂ ਟਿੱਕੀ ਰੱਜੀ ਰਹਿਣ ਦਿੰਦੇ ਚੰਗੀ ਸੀ, ਚੁੱਪ ਰਹਿੰਦੇ ਚੰਗੀ ਸੀ। ਉਹਨਾਂ ਦੇ ਜਿਹੜੇ ਨਾਲ ਦੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨਾਂ ਦਾ ਗਾਹਾਂ ਪ੍ਰਧਾਨ ਰੱਖਿਆ ਹੈ ਜਿਹੜਾ ਜੀ, ਉਹ ਵੀ ਬਿਆਨ ਦੇ ਚੁੱਕਿਆ ਸੀ ਜੀ, ਆਖੇ ਜੀ ਸੁਖਬੀਰ ਜੀ ਤਾਂ ਕਰ ਹੀ ਨਹੀਂ ਸਕਦੇ। ਫਿਰ ਹੋਰ ਲੀਡਰ ਦਲਜੀਤ ਸਿੰਘ ਵਰਗੇ ਬਿਆਨ ਦੇਈ ਜਾਂਦੇ ਸੀ। ਹੁਣ ਸੁਖਬੀਰ ਸਿੰਘ ਬਾਦਲ ਨੇ ਇਹ ਨੋਟਿਸ ਦੇ ਕੇ ਕਾਫੀ ਸਾਰੀਆਂ ਪਰਤਾਂ ਸਗੋਂ ਆਪਣੇ ਖਿਲਾਫ ਕਰ ਲਈਆਂ ਨੇ। ਹੁਣ ਗੱਲ ਤਾਂ ਇਹ ਹੈ ਕਿ ਇਸ ਮਾਮਲੇ 'ਚ ਸ਼ਸ਼ੀ ਕਾਂਤ ਜਿਹੜਾ DGP ਹੈ, ਉਹ ਭਾਵੇਂ ਇਸ ਵੇਲੇ ਮੁੱਕਰ ਰਹੇ ਨੇ। ਉਹ ਇਹ ਗੱਲ ਕਹਿ ਰਹੇ ਨੇ ਕਿ ਨਹੀਂ ਜੀ ਮੈਨੂੰ ਦੱਸੋ ਮੈਂ ਇਸ ਮਾਮਲੇ 'ਚ ਕਦੋਂ ਕੀਤਾ, ਮੈਂ ਤਾਂ ਕਿਹਾ ਹੀ ਨਹੀਂ। ਪਰ ਬਹੁਤ ਸਾਰੇ ਮੀਡੀਆ ਔਰ ਸੋਸ਼ਲ ਮੀਡੀਆ ਔਰ ਅਖਬਾਰਾਂ ਦੇ ਵਿੱਚ ਸ਼ਸ਼ੀ ਕਾਂਤ ਜਦੋਂ ਆਮ ਆਦਮੀ ਪਾਰਟੀ 'ਚ 2014 ਦੇ ਵਿੱਚ ਸ਼ਾਮਲ ਹੋਏ ਸੀ, ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਔਰ ਪਲੇਟਫਾਰਮਾਂ ਤੇ ਜਾ ਕੇ ਲਗਾਤਾਰ ਸੁਖਬੀਰ ਬਾਦਲ ਤੇ ਇਹ ਦੋਸ਼ ਲਾਏ ਸੀ। ਹੁਣ ਇਹ ਪ੍ਰੂਫ ਇੱਕ ਪਾਸੇ ਤਾਂ ਪਏ ਹੋਣਗੇ। ਉਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਉੱਥੇ ਕੀਤੀਆਂ, ਜਾਂ ਫਿਰ ਅਕਾਲ ਤਖਤ ਦਾ ਜਿਹੜਾ ਜਥੇਦਾਰ ਤਲਬ ਕੀਤਾ ਕਿ ਉਸ ਮਾਮਲੇ 'ਚ ਵੀ ਸਪਸ਼ਟੀਕਰਨ ਦੇਣਗੇ, ਜਾਂ ਜਿਹੜਾ ਗਿਆਨੀ ਗੁਰਮੁਖ ਸਿੰਘ ਸੀਗਾ ਜਿਹਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਸੀ ਜੀ ਸਾਡੇ ਤੋਂ ਤਾਂ ਸਰਸੇ ਵਾਲੇ ਸਾਧ ਨੂੰ ਮਾਫੀ ਦਵਾਈ ਗਈ। ਹੁਣ ਜਾਂ ਤਾਂ ਉਹਨੂੰ ਵੀ ਕਾਨੂੰਨੀ ਨੋਟਿਸ ਭੇਜਿਆ ਜਾਵੇ, ਉਹ ਪ੍ਰੂਫਾਂ ਨੂੰ ਕਿੱਥੇ ਲੁਕਾਉਣਗੇ ਜੀ। ਇਸ ਤੋਂ ਇਲਾਵਾ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਨ੍ਹਾਂ ਵਿੱਚ ਸੁਖਬੀਰ ਸਿੰਘ ਜੀ ਬਾਦਲ ਆਪ ਵੀ ਕਿਤੇ ਨਾ ਕਿਤੇ ਕਟਹਿਰੇ 'ਚ ਖੜੇ ਨਜ਼ਰ ਆਉਂਦੇ ਆ। ਹੁਣ ਉਹਨਾਂ ਨੂੰ ਨੋਟਿਸ ਜਾਰੀ ਕਰਤਾ ਕਿ ਸਾਨੂੰ ਇਸ ਦਾ ਦਿਓ ਜੀ, ਨਹੀਂ ਤਾਂ ਤੁਹਾਨੂੰ ਖਮਿਆਜਾ ਭੁਗਤਣਾ ਪਊਗਾ। ਹਾਲਾਂਕਿ ਜਿਸ ਤਰੀਕੇ ਨਾਲ ਇਹ ਘਟਨਾ ਦਰ ਘਟਨਾ, ਹੁਣ ਪਿੱਛੇ ਤਾਂ ਸਰਸੇ ਵਾਲੇ ਦੀ ਗੱਲ ਚੱਲਦੀ ਸੀ, ਇੱਕ ਨਵਾਂ ਮਾਮਲਾ ਜਿਹੜਾ ਹੁਣ ਆ ਗਿਆ ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ 267 ਬੀੜਾਂ ਜਿਹੜੀਆਂ ਦਾ ਰਿਕਾਰਡ ਕੋਈ ਨਹੀਂ, ਜਿਨ੍ਹਾਂ ਦਾ ਪਤਾ ਕੁਛ ਨਹੀਂ, ਲੈ ਕੇ ਕੌਣ ਗਿਆ, ਕਿਹਦੇ ਕੋਲ ਗਈਆਂ ਨੇ, ਉਹ ਵੇਚੀਆਂ ਗਈਆਂ ਨੇ, ਜੇ ਉਹਨਾਂ ਦੀ ਬੇਅਦਬੀ ਹੋਈ ਹੈ, ਬੇਅਦਬੀ ਦੇ ਵਿੱਚ ਕੋਈ ਪਛਤਾਪ ਦਾ ਪਾਠ ਹੋਇਆ, ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਜਵਾਬ ਸੁਖਬੀਰ ਸਿੰਘ ਬਾਦਲ ਨੂੰ ਦੇਣਾ ਔਖਾ ਹੋ ਜਾਣਾ। ਇਸ ਵੇਲੇ ਚਾਹੀਦਾ ਤਾਂ ਇਹ ਸੀ ਕਿ ਉਹ ਇਸ ਰਾਜਨੀਤਿਕ ਧਿਰ ਨੂੰ ਇੱਕ ਰਾਜਨੀਤਿਕ ਤੌਰ ਤੇ ਚਲਾਉਂਦੇ, ਪਰ ਜਦੋਂ ਪਾਵਰ ਇਹਨਾਂ ਕੋਲ ਆ ਜਾਂਦੀ ਹੈ ਨਾ ਅਰਸ਼ ਜੀ, ਫਿਰ ਇਹਨਾਂ ਨੂੰ ਰੱਬ ਨੂੰ ਟੱਬ ਲੱਗਣ ਲੱਗ ਜਾਂਦਾ ਇਹਨਾਂ ਨੂੰ। ਫਿਰ ਇਹਨਾਂ ਨੂੰ ਲੱਗਦਾ ਹੁੰਦਾ ਵੀ ਨਹੀਂ ਜੀ ਅਸੀਂ ਤਾਂ ਪਾਰਸ ਹਾਂ, ਅਸੀਂ ਤਾਂ ਸੋਨਾ। ਇੱਕ ਇਹਨਾਂ ਦੇ ਚਮਚੇ ਜਿਹੜੇ ਨੇੜੇ ਤੇੜੇ ਹੁੰਦੇ ਆ ਉਹ ਸਮਝਾਉਂਦੇ ਇਹਨਾਂ ਨੂੰ ਬਹੁਤ ਨੇ ਵੀ ਤੁਸੀਂ ਤਾਂ ਜੀ ਕਿਆ ਬਾਤ ਹੈ, ਤੁਸੀਂ ਤਾਂ ਜਿਹਦੇ ਨਾਲ ਘਸ ਕੇ ਸੋਨਾ ਬਣਾ ਦਿੰਦੇ ਹੋ। ਉਹ ਫਿਰ ਜਿਹੜੀ ਉਹਨਾਂ ਨੂੰ ਚੱਕ ਥੱਲ ਹੈ ਜਿਹੜੀ ਇਹ ਫਿਰ ਉਹਨਾਂ ਦਾ ਦਿਮਾਗ ਖਰਾਬ ਕਰਦੀ ਹੈ, ਉਹਦੇ ਵਿੱਚ ਜਾ ਕੇ ਇਹ ਗਲਤ ਫੈਸਲੇ ਲੈਂਦੇ ਆ। ਉਹਨਾਂ 'ਚੋਂ ਇੱਕ ਗਲਤ ਫੈਸਲਾ ਮੇਰੇ ਖਿਆਲ ਨਾਲ ਉਹਨਾਂ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਫਿਰ ਜਦ ਇੱਕ ਗੱਲ ਤੁਰੂ ਤਾਂ ਗੱਲਾਂ ਇਹ ਤੋਂ ਕਈ ਤੁਰਨਗੀਆਂ। ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ ਫੈਸਲੇ ਲੈਣ ਦੀ, ਤਾਂ ਇੱਕ ਹੋਰ ਫੈਸਲਾ ਜਿਹੜਾ ਉਹ ਸਾਹਮਣੇ ਆਇਆ ਹੈ ਕਿ ਜਿਹੜਾ ਤਲਵੰਡੀ ਪਰਿਵਾਰ ਹੈਗਾ ਉਹਨੇ ਹੁਣ ਢੀਂਡਸਾ ਦੇ ਨਾਲ ਰਲਣ ਦਾ ਫੈਸਲਾ ਕਰ ਲਿਆ, ਤੁਰਨ ਦਾ ਫੈਸਲਾ ਕਰ ਲਿਆ ਜੀ। ਗੱਲ ਤੁਸੀਂ ਉਹੀ, ਕਿਉਂਕਿ ਮੈਂ ਹੁਣ ਸੁਖਬੀਰ ਸਿੰਘ ਬਾਦਲ ਜੀ ਦੀ ਕਰਦਾ ਸੀ, ਤਾਂ ਜਗਦੇਵ ਸਿੰਘ ਤਲਵੰਡੀ ਪੰਜਾਬ ਦੀ ਸਿਆਸਤ ਦਾ ਬਹੁਤ ਵੱਡਾ ਨੇਤਾ ਰਿਹਾ। 3-4 ਨੇਤਾ ਸੀ ਜਿਨ੍ਹਾਂ ਤੇ ਸਿਆਸਤ ਘੁੰਮਦੀ ਸੀ ਪੰਜਾਬ ਦੀ, ਖਾਸ ਤੌਰ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਜੀ, ਜਾਂ ਫਿਰ ਪ੍ਰਕਾਸ਼ ਸਿੰਘ ਬਾਦਲ, ਜਾਂ ਫਿਰ ਜਗਦੇਵ ਸਿੰਘ ਤਲਵੰਡੀ, ਜਾਂ ਹਰਚੰਦ ਸਿੰਘ ਲੌਂਗੋਵਾਲ। ਉਹ ਤਾਂ ਚਲੋ 1986 'ਚ ਉਹਨਾਂ ਦਾ ਵਿਚਾਰਿਆਂ ਦਾ ਕਤਲ ਹੋ ਗਿਆ ਸੀ, ਤੇ ਉਸ ਤੋਂ ਬਾਅਦ ਚੋਂ ਜਾਂ ਫਿਰ ਆਹੀ ਕੁਝ ਪਰਿਵਾਰ ਸੀ ਜਿਨ੍ਹਾਂ ਦੇ ਨਾਂ ਤੇ ਸਿਆਸਤ, ਜਾਂ ਸੁਰਜੀਤ ਸਿੰਘ ਬਰਨਾਲਾ ਸੀ। ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਔਰ SCPC ਦੇ ਪ੍ਰਧਾਨ ਵੀ ਰਹੇ, ਔਰ ਸਭ ਤੋਂ ਜ਼ਿਆਦਾ ਇਹ ਗੱਲ ਸੀ ਕਿ ਉਹ ਮੂੰਹ ਤੇ ਗੱਲ ਕਰਨ ਵਾਲਾ ਬੰਦਾ ਸੀ, ਜੁਰਤ ਵਾਲਾ ਬੰਦਾ ਸੀ। ਅਕਾਲੀ ਦਲ ਦੇ ਵਿੱਚ ਮੈਂ ਇਹ ਅੱਖੀ ਦੇਖੀਆਂ ਹੋਈਆਂ ਚੀਜ਼ਾਂ ਨੇ, ਮੈਂ ਯੂਨੀਵਰਸਿਟੀ ਪੜ੍ਹਦਾ ਸੀ ਤਾਂ ਉਸ ਵੇਲੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਗੁਰਚਰਨ ਸਿੰਘ ਟੌੜਾ ਉਹਨਾਂ ਦੀ ਆਪਸ ਵਿੱਚ ਖੱਟੋਪਣੀ ਹੋਈ ਹੈ ਨਾ 1999 ਦੇ ਵਿੱਚ, ਅਸੀਂ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ, ਸਾਨੂੰ ਵੀ ਸਾਡਾ ਨੌਜਵਾਨ ਆਗੂ ਅੱਜ ਕੱਲ੍ਹ ਕਾਫੀ ਪੋਲੀਟੀਕਲ ਐਕਟਿਵ ਹੈ ਸ਼੍ਰੋਮਣੀ ਅਕਾਲੀ ਦਲ 'ਚ, ਰਾਜੂ ਖੰਨਾ, ਉਹ ਕਹਿੰਦਾ ਜੀ ਵੀ ਆਪਾਂ ਨੇ ਜਾ ਕੇ ਆਉਣਾ ਹੈ ਕਿਉਂਕਿ ਟੌੜਾ ਸਾਹਿਬ ਨੇ ਕਿਹਾ। ਅਸੀਂ ਵੀ ਜਵਾਕ ਸੀ, ਅਸੀਂ ਸਾਰੇ ਮਤਲਬ ਆਪਣੇ ਗਏ ਉੱਥੇ,
ਜੀ ਉਸ ਵੇਲੇ ਸਟੇਜ ਤੋਂ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌੜਾ ਦੇ ਸਾਹਮਣੇ ਕੋਈ ਨਹੀਂ ਸੀ ਬੋਲਦਾ, ਤਾਂ ਜਗਦੇਵ ਸਿੰਘ ਤਲਵੰਡੀ ਇੱਕ ਬਾਹਦ ਨੇਤਾ ਸੀ ਜਿਹਨੇ ਦੋਵਾਂ ਨੂੰ ਸਟੇਜ ਤੇ ਘੁਰਕੀਆਂ ਸ਼ਰੇਆਮ ਸਾਡੇ ਸਾਹਮਣੇ ਮਾਰੀਆਂ ਸੀ। ਕਹਿੰਦਾ ਤੁਸੀਂ ਸ਼ਰਮ ਕਰੋ, ਤੁਹਾਡੇ ਲੋਕ ਜੁੱਤੀਆਂ ਮਾਰਨਗੇ ਭਿਉਂ ਭਿਉਂ ਕੇ ਜੀ, ਮਤਲਬ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੇ ਸਾਹਮਣੇ। ਇਹ ਸਿਰਫ ਜਗਦੇਵ ਸਿੰਘ ਤਲਵੰਡੀ ਹਿੰਮਤ ਕਰ ਸਕਦਾ ਸੀ। ਬੜਾ ਵੱਡਾ ਕੱਦ ਸੀ ਉਹਨਾਂ ਦਾ। ਸਮੇਂ ਦੇ ਨਾਲ ਸਿਆਸਤ ਦੇ ਵਿੱਚ ਆਖਰ ਉਹਨਾਂ ਦੇ ਪਿੱਛੇ ਮੌਤ ਹੋਈ ਤਾਂ ਉਹਨਾਂ ਦਾ ਬੇਟਾ ਰਣਜੀਤ ਸਿੰਘ ਤਲਵੰਡੀ ਉਹ ਇਹਨਾਂ ਵੱਲੋਂ ਖੰਨੇ ਦਾ ਹਲਕਾ ਇੰਚਾਰਜ ਵੀ ਰਿਹਾ, MLA ਵੀ ਰਿਹਾ। ਹੁਣ ਉਹ ਜਿਹੜਾ ਖਾਸ ਤੌਰ ਤੇ ਉਹਨਾਂ ਦਾ ਖਾਸਮ ਖਾਸ ਜਾਂ ਫਿਰ ਬਾਦਲ ਪਰਿਵਾਰ ਦਾ ਸੁਖਦੇਵ ਸਿੰਘ ਢੀਂਡਸਾ ਸਾਹਿਬ, ਜਿਹੜੇ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੀਨੀਅਰਟੀ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਹੈ ਜਾਂ ਫਿਰ ਬ੍ਰਹਮਪੁਰਾ ਸਾਹਿਬ ਦਾ ਆਉਂਦਾ ਹੈ। ਹੁਣ ਜਿਸ ਤਰੀਕੇ ਨਾਲ ਸੁਖਦੇਵ ਸਿੰਘ ਢੀਂਡਸਾ 84 ਸਾਲ ਦੀ ਉਮਰ 'ਚ ਐਕਟਿਵ ਹੋਇਆ ਨਾ, ਕਹਿੰਦੇ ਨਵਾਂ ਕਾਜੀ ਨਮਾਜ਼ ਬਹੁਤ ਪੜ੍ਹਦਾ ਹੁੰਦਾ। ਉਹ ਐਨ ਲੱਗਦਾ ਸੀਗਾ ਕਿ ਉਹ ਤਾਂ ਬਜ਼ੁਰਗ ਹੋ ਕੇ ਘਰੇ ਬੈਠਣਗੇ, ਪਰ ਜਦੋਂ ਤੋਂ ਪਾਰਟੀ ਤੋਂ ਲੱਗ ਹੋਏ ਨੇ ਉਹਨਾਂ ਨੇ ਜਿੰਨੀ ਤੇਜ਼ੀ ਦੇ ਨਾਲ ਉਹ ਕੰਮ ਕਰ ਰਹੇ ਆ, ਉਸ ਦੇ ਨਾਲ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਖੁਰਾ ਲਾ ਸਕਦੇ ਆ ਜੀ। ਹੁਣ ਰਣਜੀਤ ਸਿੰਘ ਤਲਵੰਡੀ ਉਸੇ ਦਾ ਹਿੱਸਾ, ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ, ਉਹਨੂੰ ਇਹਦੇ ਨਾਲ ਸ਼ਾਮਲ ਕਰਨ ਦੇ ਨਾਲ ਅਕਾਲੀ ਦਲ ਨੂੰ ਡੈਂਟ ਪਊਗਾ, ਕਿਉਂਕਿ ਜਗਦੇਵ ਸਿੰਘ ਤਲਵੰਡੀ ਦਾ ਬੜਾ ਵੱਡਾ ਨਾਂ ਸੀ। ਹੁਣ ਜਿਸ ਤਰੀਕੇ ਨਾਲ ਸੁਖਦੇਵ ਸਿੰਘ ਢੀਂਡਸਾ, ਪਹਿਲਾਂ ਤਾਂ ਉਹਨਾਂ ਨੇ ਅਸੀਂ ਕਹਿੰਦੇ ਵੀ ਉਹ ਯਾਰੀ ਲੱਗੀ ਤੋਂ ਲਵਾ ਲਏ ਤਖਤੇ ਤੇ ਟੁੱਟੀ ਤੋਂ ਚਗਾਠ ਪੁੱਟ ਲਈ, ਹੁਣ ਉਹ ਜਿਸ ਤਰੀਕੇ ਨਾਲ ਉਹਨਾਂ ਦੇ ਚਗਾਠਾਂ ਪੱਟ ਰਹੇ ਨੇ, ਜਿਸ ਤਰੀਕੇ ਨਾਲ ਉਹਨਾਂ ਦੇ ਬੰਦੇ ਤੋੜ ਤੋੜ ਕੇ ਲਿਆ ਰਹੇ ਨੇ, ਆਉਂਦੇ ਦਿਨਾਂ 'ਚ ਇਹ ਵੀ ਆਸ ਲੱਗ ਸਕਦੀ ਹੈ ਅਰਸ਼ ਜੀ ਕਿ ਹੋਰ ਵੀ ਬਹੁਤ ਸਾਰੇ ਪੋਲੀਟੀਕਲ ਨੇਤਾ ਇਸ ਸੁਖਦੇਵ ਸਿੰਘ ਢੀਂਡਸਾ ਵਾਲੇ ਕੈਂਪ 'ਚ ਆ ਕੇ ਖੜ ਸਕਦੇ ਆ। ਔਰ ਇਸ ਗੱਲ ਦਾ ਵੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਕੇਂਦਰ ਦੇ ਵਿੱਚ ਬੈਠੀ BJP ਕਿਤੇ ਨਾ ਕਿਤੇ ਸੁਖਦੇਵ ਸਿੰਘ ਢੀਂਡਸਾ ਨੂੰ ਅੱਗੇ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਣੀ, ਜਿਹੜੇ ਕਿ ਬਾਦਲ ਪਰਿਵਾਰ ਜਾਂ ਫਿਰ ਉਹਨਾਂ ਦੀ ਪਾਰਟੀ ਜਿਹੜੀ ਕਿਸੇ ਵੇਲੇ 9 ਮਾਸ ਦੇ ਰਿਸ਼ਤੇ 'ਚ ਕਿਹਾ ਕਰਦੇ ਸੀ ਵੀ ਛੋਟਾ ਭਰਾ ਸਾਡਾ ਜੀ BJP ਹੈ ਜੀ, ਅਸੀਂ ਵੱਡੇ ਹਾਂ ਜੀ, ਪਰ ਹੁਣ ਉਹ ਵੱਡਾ ਬਣਨ ਦੇ ਚੱਕਰ 'ਚ BJP ਮੈਨੂੰ ਲੱਗਦਾ ਕਿ ਸੁਖਦੇਵ ਸਿੰਘ ਢੀਂਡਸੇ ਨੂੰ ਅੱਗੇ ਕਰਕੇ ਇਹਨਾਂ ਦੀ ਚਗਾਠਾ ਪਟਾ ਰਹੀ ਹੈ। ਤੇ ਆਉਂਦੇ ਸਮੇਂ ਦੇ ਵਿੱਚ ਕਾਫੀ ਸਾਰੇ ਰੋਚਕ ਮਾਹੌਲ ਤੇ ਗੱਲਾਂ ਦੇਖਣ ਨੂੰ ਹੋਰ ਮਿਲਣਗੀਆਂ। ਤੇ ਨਾਲ ਹੁਣ ਪੰਜਾਬ ਦੇ ਵਿੱਚ ਜਿਹੜਾ ਖੇਤੀ ਆਰਡੀਨੈਂਸ ਸੀ ਉਹਦੇ ਸੰਬੰਧੀ ਕੀ ਹੋ ਰਿਹਾ? ਉਸ ਸੰਬੰਧੀ 'ਚ ਵੀ ਦੇਖੋ, ਜੇਕਰ ਸਿੱਧੇ ਰੂਪ 'ਚ ਆਪਾਂ ਦੇਖੀਏ, ਪੰਜਾਬ ਸੂਬਾ ਖੇਤੀ ਕ੍ਰਿਸ਼ੀ ਪ੍ਰਧਾਨ ਜਾਂ ਖੇਤੀ ਪ੍ਰਧਾਨ ਸੂਬਾ, ਔਰ 80% ਲੋਕ ਇੱਥੇ ਖੇਤੀ ਕਰਦੇ ਆ। ਔਰ ਜਿਹੜੀ ਵੀ ਇੱਥੇ ਸਿਆਸਤ ਹੁੰਦੀ ਹੈ, ਜਿੰਨੀ ਵੀ ਇੱਥੇ ਸਿਆਸਤ ਹੋਈ ਆ, ਸਿਆਸਤ ਦੇ ਵਿੱਚ ਵੀ ਜਿੰਨੇ ਵੀ ਅੱਜ ਤੱਕ ਦੇ ਮੁੱਖ ਮੰਤਰੀ ਰਹੇ, ਵੱਡੇ ਵੱਡੇ ਨੇਤਾ ਰਹੇ, ਉਹ ਖੇਤੀਬਾੜੀ ਕਰਨ ਵਾਲੇ ਪਰਿਵਾਰਾਂ 'ਚੋਂ ਰਹੇ ਆ। ਆਪਾਂ ਹਿਸਟਰੀ ਕੱਢ ਕੇ ਦੇਖ ਲਓ। ਹੁਣ ਇੱਥੇ ਜਿਹੜੀ ਰਾਜਨੀਤੀ ਹੁੰਦੀ ਸੀ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਉਹ ਕਿਸਾਨਾਂ ਦੇ ਨਾਂ ਤੇ ਹੁੰਦੀ ਸੀ, ਜੱਟਾਂ ਜ਼ਿਮੀਂਦਾਰਾਂ ਦੇ ਨਾਂ ਤੇ ਹੁੰਦੀ ਸੀ, ਉਹਨਾਂ ਦੇ ਹੱਕਾਂ ਦੇ ਨਾਂ ਤੇ ਹੁੰਦੀ ਸੀ। ਪਰ ਜਿਉਂ-ਜਿਉਂ ਹਾਲਾਤ ਬਦਲ ਰਹੇ ਨੇ, ਉਹ ਸਾਰੀਆਂ ਚੀਜ਼ਾਂ ਤੋਂ ਅਕਾਲੀ ਦਲ ਯੂ ਟਰਨ ਲੈਂਦਾ ਜਾ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਜਦੋਂ ਕੇਂਦਰ ਸਰਕਾਰ ਨੇ ਆਰਡੀਨੈਂਸ ਖੇਤੀ ਦੇ ਵਸਵੰਚ ਲਿਆਂਦਾ ਔਰ ਮੰਡੀਕਰਨ ਬੋਰਡ ਦੀਆਂ ਜੜ੍ਹਾਂ ਹਿਲਾਉਣ ਦੀ ਕੋਸ਼ਿਸ਼ ਕੀਤੀ, ਸਾਰੀਆਂ ਰਾਜਨੀਤਿਕ ਪਾਰਟੀਆਂ ਤਾਂ ਕਿਸਾਨਾਂ ਦੇ ਹੱਕ 'ਚ ਖੜ ਗਈਆਂ। ਪਰ ਜਿਹੜੀ ਪਾਰਟੀ ਇਸ ਗੱਲ ਦਾ ਦਾਅਵਾ ਕਰਦੀ ਸੀ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ, ਸਾਡੇ ਤੋਂ ਵੱਡਾ ਤਾਂ ਕਿਸਾਨਾਂ ਦਾ ਹਮਦਰਦ ਕੋਈ ਨਹੀਂ, ਉਹੀ ਪਾਰਟੀ ਕਿਸਾਨਾਂ ਦੇ ਖਿਲਾਫ ਜਾ ਕੇ ਕੇਂਦਰ ਸਰਕਾਰ ਦੇ ਹੱਕ 'ਚ ਖੜ ਗਈ। ਉਹ ਸਿਰਫ ਤੇ ਸਿਰਫ ਕਿਉਂਕਿ ਕੇਂਦਰ ਦੇ ਵਿੱਚ ਉਹਨਾਂ ਦੀ ਇੱਕ ਕੁਰਸੀ ਹੈ, ਇੱਕ ਮੰਤਰੀ ਉਹਨਾਂ ਦੀ ਪਰਿਵਾਰ 'ਚੋਂ ਬੰਦਾ ਇੱਕ ਮੰਤਰੀ ਹੈ ਲੇਡੀ, ਉਹਦੀ ਕੁਰਸੀ ਬਚਾਉਣ ਦੇ ਚੱਕਰ 'ਚ ਉਹ ਸਾਰਾ ਕੁਝ ਪੰਜਾਬ ਦਾ ਜਿਸ ਤਰੀਕੇ ਨਾਲ ਕੀਤਾ ਹੈ। ਹੁਣ ਉਸ ਮਾਮਲੇ 'ਚ ਜਿਹੜਾ ਆਰਡੀਨੈਂਸ ਦੇ ਮਾਮਲੇ 'ਚ ਹੁਣ ਕੇਂਦਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਜਦੋਂ ਨੋਟੀਫਿਕੇਸ਼ਨ ਹੋ ਗਿਆ ਤਾਂ ਸਮਝ ਲਓ ਫਿਰ ਸਾਰਾ ਕੁਝ ਹੈ। ਹੁਣ ਤਾਂ ਸੰਘਰਸ਼ ਹੈ, ਕਿਸਾਨ ਵਿਚਾਰੇ ਡਾਂਗਾ ਖਾਣਗੇ, ਸੰਘਰਸ਼ ਕਰਨਗੇ, ਖਾ ਵੀ ਰਹੇ ਨੇ। ਪਰ ਮਾਮਲਾ ਜਿਹੜਾ ਬਣਦਾ ਸੀ, ਜਿਹੜੇ ਨੁਮਾਇੰਦਗੀ ਕਰਨ ਵਾਲੀ ਜਮਾਤ ਸੀ, ਉਹਨਾਂ ਨੂੰ ਅੱਗੇ ਹੋ ਕੇ ਵਿਰੋਧ ਕਰਨਾ ਚਾਹੀਦਾ ਸੀ। ਪਰ ਜਿਸ ਤਰੀਕੇ ਨਾਲ ਉਹ ਆਪਣੀ ਭਾਸ਼ਾ BJP ਵਾਲੀ ਜਾਂ ਕੇਂਦਰ ਦੀ ਬੋਲ ਰਹੇ ਨੇ, ਉੱਥੋਂ ਲੱਗਦਾ ਹੈ ਕਿ ਯੂੰ ਹੀ ਕੋਈ ਕਹਿੰਦੇ ਨੇ ਹੁੰਦੇ ਕੋਈ ਬੇਵਫਾ ਨਹੀਂ ਹੋਤਾ, ਉਸकी ਵੀ ਕੁਝ ਮਜਬੂਰੀਆਂ ਰਹੀ ਹੋਗੀ। ਇਹ ਉਹਨਾਂ ਦੀਆਂ ਕੁਝ ਮਜਬੂਰੀਆਂ ਨੇ ਜਿਹੜੀਆਂ ਉਹਨਾਂ ਤੋਂ ਇਹ ਕੰਮ ਕਰਾ ਰਹੀਆਂ। ਬਿਲਕੁਲ ਸਿਆਸਤ ਦੀ ਅਸੀਂ ਗੱਲ ਕਰ ਰਹੇ ਹੈਗੇ ਆ, ਤਾਂ ਜਿਹੜੇ ਮੁੱਖ ਸਕੱਤਰ ਸੀ ਸੁਰੇਸ਼ ਕੁਮਾਰ, ਉਹਨਾਂ ਨੇ ਅਸਤੀਫਾ ਦੇ ਦਿੱਤਾ ਫਿਰ ਤੋਂ ਦੁਬਾਰਾ ਤੋਂ। ਸੁਰੇਸ਼ ਕੁਮਾਰ ਦੇਖੋ, ਜਦੋਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣੇ ਤਾਂ ਸੁਰੇਸ਼ ਕੁਮਾਰ ਉਸ ਤੋਂ ਪਹਿਲਾਂ ਰਿਟਾਇਰ ਹੋ ਗਏ ਸੀ ਜੀ। ਉਹਨਾਂ ਨੂੰ ਦੁਬਾਰਾ ਪ੍ਰਮੁੱਖ ਸਕੱਤਰ ਦੀ ਪੋਸਟ, ਪ੍ਰਮੁੱਖ ਸਕੱਤਰ ਬਹੁਤ ਵੱਡੀ ਪੋਸਟ ਹੈ, CM ਤੋਂ ਬਾਅਦ ਪ੍ਰਮੁੱਖ ਸਕੱਤਰ ਹੀ ਹੁੰਦਾ ਜਿਹਨੇ ਸਟੇਟ ਨੂੰ ਚਲਾਉਣਾ ਹੁੰਦਾ ਜੀ ਜੀ। ਔਰ ਸੁਰੇਸ਼ ਕੁਮਾਰ ਉਹਨਾਂ ਦੇ ਦਾਮਨ ਤੇ ਦਾਗ ਨਹੀਂ ਸੀ ਕੋਈ, ਮੰਨਿਆ ਜਾਂਦਾ ਸੀ ਕਿ ਇਮਾਨਦਾਰ ਅਫਸਰ ਰਹੇ। ਔਰ ਪਰ
ਜਿਹੜਾ ਆਲੇ ਦੁਆਲੇ ਧਾੜ ਵੀ ਇਕੱਠੇ ਹੋਏ ਹੁੰਦੇ ਆ, ਮੁੱਖ ਮੰਤਰੀ ਦੇ ਆਲੇ ਦੁਆਲੇ ਜਿਹੜੇ ਬਹੁਤ ਇਕੱਠੇ ਹੋਏ ਹੁੰਦੇ ਆ, ਉਹਨਾਂ ਨੇ ਸਾਰਿਆਂ ਨੇ ਆਪਣੇ ਕਾਰੋਬਾਰ ਜੁਗਾੜ 2 ਨੰਬਰ 3 ਨੰਬਰ ਸਾਰੇ ਕਰਨੇ ਹੁੰਦੇ ਆ। ਹੁਣ ਸੁਰੇਸ਼ ਕੁਮਾਰ ਦੀ ਹਾਜ਼ਰੀ ਦੇ ਵਿੱਚ ਉਹ ਚੀਜ਼ਾਂ ਪੋਸੀਬਲ ਨਹੀਂ ਸੀ ਹੋ ਰਹੀਆਂ। ਸੋ ਇਸੇ ਕਰਕੇ ਸਰਕਾਰ ਬਣੀ 17 'ਚ। ਜਨਵਰੀ 2018 'ਚ ਸੁਰੇਸ਼ ਕੁਮਾਰ ਨੂੰ ਕੋਰਟ ਦੇ ਵਿੱਚ ਇੱਕ ਉਹਨਾਂ ਦੇ ਖਿਲਾਫ ਪਟੀਸ਼ਨ ਪਾਈ ਗਈ ਕਿ ਇਹ ਉਲੰਘਣਾ ਕਰਦੇ ਨੇ ਜਾਂ ਇਹਨਾਂ ਦੀ ਉਲੰਘਣਾ ਇਹਨਾਂ ਦੀ ਪੋਸਟਿੰਗ ਹੈ, ਤਾਂ ਉਹਨਾਂ ਦੀ ਉਹ ਪੋਸਟਿੰਗ ਰੱਦ ਹੋ ਗਈ। ਸੁਰੇਸ਼ ਕੁਮਾਰ ਨੇ ਅਸਤੀਫਾ ਦੇ ਦਿੱਤਾ। ਪੰਜਾਬ ਸਰਕਾਰ ਨੇ ਬੜਾ ਵੱਡਾ ਵਕੀਲ ਲਿਆਂਦਾ, ਪੀ ਚਿਦੰਬਰਮ ਜਿਹੜਾ ਇਹਨਾਂ ਦਾ, ਉਹਨੇ ਉਹਦਾ ਕੇਸ ਲੜਿਆ। ਉਸ ਕੇਸ ਲੜਨ ਤੋਂ ਬਾਅਦ ਚਲੋ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੂੰ ਰਾਹਤ ਮਿਲ ਗਈ, ਉਹਨਾਂ ਨੇ ਦੁਬਾਰਾ ਜੁਆਇਨ ਕਰ ਲਿਆ। ਪਰ ਫਿਰ ਹਾਲਾਤ ਇਦਾਂ ਦੇ ਬਣੇ ਕਿ ਪੰਜਾਬ ਦਾ ਜਿਹੜਾ ਐਡਵੋਕੇਟ ਜਨਰਲ ਹੈ ਅਤੁਲ ਨੰਦਾ, ਉਹਨਾਂ ਤੇ ਵੀ ਕਾਫੀ ਸਾਰੇ ਦੋਸ਼ ਲੱਗਦੇ ਨੇ ਕਿ ਉਹ ਪੂਰਨ ਰੂਪ ਵਿੱਚ ਸਹੀ ਰੋਲ ਨਹੀਂ ਨਿਭਾਉਂਦੇ, ਉਹ ਪਿਕ ਐਂਡ ਚੂਜ਼ ਕਰਦੇ ਆ। ਸੁਰੇਸ਼ ਕੁਮਾਰ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਪੂਰਨ ਰੂਪ ਵਿੱਚ ਗੋਟੀਆਂ ਸੈੱਟ ਨਹੀਂ ਸੀ ਬੈਠ ਰਹੀਆਂ। ਫਿਰ 2019 ਦੇ ਵਿੱਚ ਜਾ ਕੇ ਸੁਰੇਸ਼ ਕੁਮਾਰ ਇੱਕ ਵਾਰੀ ਫਿਰ ਅਸਤੀਫਾ ਦੇ ਦਿੰਦੇ ਆ, ਚੁੱਪ ਚਪੀਤੇ ਘਰ ਜਾ ਕੇ ਬਹਿ ਜਾਂਦੇ ਆ, ਕਿਸੇ ਦਾ ਫੋਨ ਨਹੀਂ ਚੱਕਦੇ। ਹਾਲਾਤ ਇੱਥੇ ਤੱਕ ਹੋ ਜਾਂਦੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਘਰ ਜਾਣਾ ਪੈਂਦਾ, ਉਹਨਾਂ ਨੂੰ ਮਨਾ ਕੇ ਲੈ ਕੇ ਆਉਂਦੇ ਆ। ਉਹ ਆਪਣੇ ਗੁੱਸੇ ਗਿੱਲੇ ਕਰਦਾ, ਉਹ ਕਹਿੰਦਾ ਜੀ ਦੇਖੋ ਮੇਰਾ ਕੇਸ ਹੈ, ਮੇਰੇ ਕੇਸ ਨੂੰ ਪੰਜਾਬ ਦੀ ਜਿਹੜੀ ਲੀਗਲ ਸਰਵਿਸ ਦੇਣ ਵਾਲਾ ਤੁਹਾਡਾ ਡਿਪਾਰਟਮੈਂਟ ਹੈ, ਉਹ ਮੇਰੇ ਕੇਸ ਨੂੰ ਪ੍ਰੋਸੈਸ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਜੀ। ਉਹਨੂੰ ਕਿਹਾ ਗਿਆ ਕਿ ਕੋਈ ਗੱਲ ਨਹੀਂ, ਹੁਣ ਆਪਾਂ ਠੀਕ ਕਰ ਲਾਂਗੇ। ਹਾਲਾਤ ਇਹ ਹੋ ਗਏ ਕਿ ਹੁਣ ਉਹਨਾਂ ਦਾ ਕੇਸ ਸੀ, ਉਸ ਕੇਸ ਤੇ ਪੰਜਾਬ ਸਰਕਾਰ ਵੱਲੋਂ ਕੋਈ ਪੇਸ਼ ਹੋਣੇ ਨਹੀਂ ਗਿਆ। ਹੁਣ ਉਹ ਕੇਸ 15 ਸਤੰਬਰ ਤੇ ਫਿਰ ਪੈ ਗਿਆ ਅੱਗੇ ਜਾ ਕੇ। ਫਿਰ ਉਦੋਂ ਦੂਜੀ ਗੱਲ ਇਹ ਕਿ ਇੱਕ ਪਾਸੇ ਤਾਂ ਸੁਰੇਸ਼ ਕੁਮਾਰ ਜੀ ਦਾ ਕੇਸ ਦਾ ਉਹਨਾਂ ਨੂੰ ਸ਼ੱਕ ਹੈ ਕਿ ਮੇਰਾ ਕੇਸ ਨਹੀਂ ਪੂਰਨ ਹੋ ਰਿਹਾ, ਦੂਜੇ ਪਾਸੇ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੂੰ ਲਾ ਦਿੱਤਾ ਗਿਆ। ਹੁਣ ਉਹ ਕਲੈਸ਼ ਵੀ ਹੋ ਗਈ, ਉਹ ਕਹਿੰਦੇ ਮੈਂ ਵੀ ਰਾਣੀ ਤੂੰ ਵੀ ਰਾਣੀ, ਕੌਣ ਲਿਆਊਗਾ ਖੂਹ ਤੋਂ ਪਾਣੀ। ਹੁਣ ਦੋਏ ਉਹ ਖੜੇ ਹੋ ਗਏ। ਹੁਣ ਉਹ ਆਪਣੀ ਪਾਵਰ ਟਸਲ ਉੱਥੇ ਵੀ ਸ਼ੁਰੂ ਹੋ ਗਈ। ਸੁਰੇਸ਼ ਕੁਮਾਰ ਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਮੇਰੇ ਹੱਥੋਂ ਜਾ ਰਹੀਆਂ ਨੇ। ਉਹਨਾਂ ਨੇ ਇੱਕ ਵਾਰੀ ਫਿਰ ਉਹੀ ਅਸਤੀਫਾ ਫੇਰ ਦੇ ਦਿੱਤਾ ਤੇ ਇਸ ਵੇਲੇ ਪਤਾ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਆਪਣਾ ਘਰ ਛੱਡਤਾ ਹੈ। ਤੁਹਾਨੂੰ ਪਤਾ ਹੀ ਆ, ਉਹ ਤਾਂ ਵੈਸੇ ਹੀ ਰੱਖਿਆ ਹੋਇਆ, ਪਰ ਉਹ ਆਪਣਾ ਇੱਕ ਫਾਰਮ ਹਾਊਸ ਦੇ ਵਿੱਚ ਰਹਿੰਦੇ ਆ। ਉੱਥੇ ਸੁਰੇਸ਼ ਕੁਮਾਰ ਨਾਲ ਉਹਨਾਂ ਦੀ ਘੰਟਾ ਕੁ ਮੀਟਿੰਗ ਹੋਈ ਹੈ। ਹੁਣ ਸੁਰੇਸ਼ ਕੁਮਾਰ ਆਪਣੀ ਪੁਰਾਣੀ ਕੁਰਸੀ ਤੇ ਆ ਕੇ ਬਹਿੰਦੇ ਆ ਕਿ ਨਹੀਂ ਬਹਿੰਦੇ, ਪਰ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੇ ਅਮਲਾ ਪਹਿਲਾ ਤੇ ਦਫ਼ਤਰ ਚ ਆਉਣਾ ਬੰਦ ਕਰ ਦਿੱਤਾ ਹੈ। ਬਿਲਕੁਲ, ਕਿਉਂਕਿ ਹੁਣ ਕੋਵਿਡ ਕਰਕੇ ਮੁੱਖ ਮੰਤਰੀ ਤਾਂ ਬੈਠੇ ਨੇ ਫਾਰਮ ਦੇ ਵਿੱਚ ਜਾ ਕੇ, ਪੰਜਾਬ ਵਾਲਿਆਂ ਦਾ ਜੋ ਮਰਜ਼ੀ ਹੁੰਦਾ ਰਵੇ। ਤੇ ਨਾਲ ਨਾਲ ਹੁਣ ਇੱਕ ਜ਼ਮੀਨੀ ਫੈਸਲਾ ਆਇਆ ਹੈਗਾ, ਉਹ ਕੀ ਆਇਆ ਹੈਗਾ ਐਕਵਾਇਰ ਕਰਨ ਸੰਬੰਧੀ, ਜੋ ਜ਼ਮੀਨਾਂ ਜਿਹੜੀਆਂ ਨੇ ਉਹ ਐਕਵਾਇਰ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ, ਉਹ ਕੀ ਹੈ ਸਾਰਾ ਮਾਮਲਾ? ਉਹ ਅਰਸ਼ ਜੀ ਗੱਲ ਇਹ ਹੈ ਕਿ ਪੰਜਾਬ ਦਾ ਕਿਸਾਨ ਜਾਂ ਸਾਡੇ ਆਪਾਂ ਅਲੱਗ-ਅਲੱਗ ਸਮਿਆਂ ਤੇ ਦੇਖਿਆ ਕਿ ਡਿਵੈਲਪਮੈਂਟ ਦੇ ਨਾਂ ਤੇ ਜ਼ਮੀਨਾਂ ਐਕਵਾਇਰ ਕਰ ਲਈਆਂ ਜਾਂਦੀਆਂ ਨੇ, ਪਰ ਜਿਹੜੇ ਮਹੱਤਵ ਪਰਿਵਾਰ ਨੇ ਜੀ ਉਹਨਾਂ ਦੇ ਵਿਚਾਰਿਆਂ ਦੇ ਜ਼ਮੀਨਾਂ ਐਕਵਾਇਰ ਹੋ ਜਾਂਦੀਆਂ ਨੇ, ਥੋੜੇ ਬਹੁਤੇ ਉਹਨਾਂ ਨੂੰ ਪੈਸੇ ਮਿਲ ਜਾਂਦੇ ਆ ਤੇ ਮੇਲ ਕੇ ਉਹ ਵਿਚਾਰੇ ਉਨੇ ਕੁ ਪੈਸੇ ਨਾ ਉਹ ਤੋਂ ਕਿਤੇ ਲੱਗਦੇ ਆ, ਉਹ ਸਾਰੇ ਆਪਣੀ ਬਰਬਾਦੀ ਦੇ ਕੰਢੇ ਤੇ ਆ ਕੇ ਬਹਿ ਜਾਂਦੇ ਆ। ਦੂਜੇ ਪਾਸੇ ਇਹ ਵੀ ਹੁੰਦਾ ਕਿ ਜਿਹੜੇ ਕਿਸਾਨ ਵਿਚਾਰੇ ਜਿਹੜੇ ਉਹ ਘੱਟ ਜ਼ਮੀਨਾਂ ਵਾਲੇ ਲੋਕ ਨੇ, ਉਹਨਾਂ ਦੇ ਆਲੇ ਦੁਆਲੇ ਭੂ ਮਾਫੀਆ ਇਕੱਠਾ ਹੋ ਜਾਂਦਾ। ਭੂ ਮਾਫੀਆ ਨੂੰ ਸਰਕਾਰੀ ਦਰਬਾਰੇ ਤੋਂ ਲੀਕੇਜ ਹੋ ਜਾਂਦੇ ਨੇ ਖਬਰਾਂ ਕਿ ਇਸ ਤਰੀਕੇ ਨਾਲ ਅਕਵਾਇਰ ਹੋਣਾ। ਫਿਰ ਉਹਨਾਂ ਦੀਆਂ ਜ਼ਮੀਨਾਂ ਉਹ ਪਹਿਲਾਂ ਆਪ ਖਰੀਦ ਲੈਂਦੇ ਸਸਤੇ ਭਾਅ ਤੇ, ਫਿਰ ਮਹੀਨੇ 2 ਮਹੀਨੇ ਬਾਅਦ ਜਦੋਂ ਅਕਵਾਇਰ ਹੁੰਦੀ ਆਪ ਉਹ ਕਰੋੜਾਂ ਰੁਪਈਆ ਕਮਾ ਲੈਂਦੇ ਆ। ਹੁਣ ਪਿਛਲੇ ਸਮੇਂ ਤੇ ਤਜਰਬੇ ਇਸ ਤਰ੍ਹਾਂ ਦੇ ਰਹੇ ਕਿ ਜਿਹੜੇ ਕਿਸਾਨ ਸੀ ਉਹਨਾਂ ਦੀਆਂ ਜ਼ਮੀਨਾਂ ਜਿਨ੍ਹਾਂ ਦੀਆਂ ਅਕਵਾਇਰ ਹੋਈਆਂ ਉਹਨਾਂ ਨੇ ਅੱਗੇ ਜਾ ਕੇ ਲਈਆਂ ਨਾ, ਜਾਂ ਫਿਰ ਉਹਨਾਂ ਦੇ ਪੈਸੇ ਟੱਕੇ ਇਸ ਪਾਸੇ ਨੂੰ ਚਲੇ ਗਏ, ਖੁਦਕੁਸ਼ੀਆਂ ਵੱਲ ਨੂੰ ਰਾਹ ਹੋਏ। ਹੁਣ ਸਰਕਾਰ ਨੇ ਇਹ ਨਵਾਂ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਕਿ ਜਿਹਦੀ ਅਕਵਾਇਰ ਕੀਤੀ ਜਾਊਗੀ ਜ਼ਮੀਨ ਡਿਵੈਲਪਮੈਂਟ ਵਾਸਤੇ, ਜਾਂ ਤਾਂ ਉਹਨੂੰ ਜ਼ਮੀਨ ਉਹਦੇ ਬਰਾਬਰ ਦੀ ਜ਼ਮੀਨ ਜਾਂ ਕਿਤੇ ਹੋਰ ਲੈ ਕੇ ਦਿੱਤੀ ਜਾਊਗੀ ਜੀ, ਜਾਂ ਫਿਰ ਜੇ ਉਹ ਕਮਰਸ਼ੀਅਲ ਥਾਂ ਹੈ ਤਾਂ ਉਹ ਕਮਰਸ਼ੀਅਲ ਜੇਕਰ 1 ਕਿੱਲਾ ਉਹਦਾ ਅਕਵਾਇਰ ਹੁੰਦਾ ਤਾਂ ਉਹਨੂੰ 1100 ਗਜ਼ ਦਾ ਪਲਾਟ ਉਸ ਕਮਰਸ਼ੀਅਲ ਥਾਂ ਤੇ ਰੱਖਣ ਦਾ ਅਧਿਕਾਰ ਹੋਊਗਾ, ਜਿਹਦੇ ਨਾਲ ਜੇ ਕੋਈ ਚੰਗੀ ਡਿਵੈਲਪਮੈਂਟ ਦੇਖੋ ਹੁੰਦੀ ਹੈ, ਕੋਈ ਹਾਈ ਰਾਈਜ਼ਸ ਕਿਤੇ ਬਣਦੀਆਂ ਨੇ ਜਾਂ ਕੋਈ ਆਈਟੀ ਪਾਰਕ ਕਿਤੇ ਬਣਦੇ ਆ, ਜੀ ਤਾਂ ਹੁਣ 1100 ਗਜ਼ ਦਾ ਪਲਾਟ ਹੈ, ਉੱਥੇ ਘੱਟੋ ਘੱਟ ਭੁੱਖਾ ਤਾਂ ਮਰਦਾ ਨਹੀਂ। ਸੋ ਇਸ ਕਰਕੇ ਸਰਕਾਰ ਨੇ ਜਿਹੜਾ ਫੈਸਲਾ ਲਿਆ, ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇਹ ਚੰਗਾ ਫੈਸਲਾ ਹੈ। ਇਹ ਸਰਕਾਰਾਂ ਨੂੰ ਆਪਾਂ ਨਿੰਦਦੇ ਤਾਂ ਬਹੁਤ ਆ,
ਇਸ ਗੱਲ ਦੀ ਆਪਾਂ ਨੂੰ ਐਪਰੀਸ਼ੀਏਸ਼ਨ ਕਰਨੀ ਚਾਹੀਦੀ ਹੈ। ਬਿਲਕੁਲ ਸਰਕਾਰਾਂ ਜਿਹੜੀਆਂ ਫੈਸਲਾ ਕਰਦੀਆਂ ਨੇ, ਹੁਣ ਜੇ ਅਸੀਂ ਸਾਡੇ ਕੈਨੇਡਾ ਦੇ ਵਿੱਚ ਦੇਖੀਏ, ਜਦੋਂ ਵੀ ਕਿਤੇ ਹਾਈ ਰਾਈਜ਼ ਬਣਨਾ ਹੁੰਦਾ ਜਾਂ ਕੋਈ ਜ਼ਮੀਨ ਬਣਨੀ ਹੁੰਦੀ ਹੈ, ਚਾਹੇ ਉਹ ਨਵੇਂ ਘਰ ਕਿਉਂ ਨਾ ਹੋਣ, ਉਹ ਸਰਕਾਰ ਖਰੀਦ ਲੈਂਦੀ ਹੈ, ਪਰ ਇੱਕ ਲੈਟਰ ਜਾਰੀ ਕੀਤਾ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਅਸੀਂ ਤੁਹਾਡੇ ਤੋਂ ਲੈ ਲਵਾਂਗੇ ਘਰ, ਪਰ ਉਹਦੀ ਪ੍ਰੋਪਰ ਜੋ ਮਾਰਕੀਟ ਵੈਲਿਊ ਆ ਉਹ ਵੈਲਿਊ ਦਿੱਤੀ ਜਾਂਦੀ ਹੈ। ਹਾਲਾਂਕਿ ਮਾਰਕੀਟ ਵੈਲਿਊ ਤੋਂ ਅਪ ਜਿਹੜਾ ਰੇਟ ਦੇ ਉੱਤੇ ਉਹ ਘਰ ਲਏ ਜਾਂਦੇ ਨੇ। ਕਈ ਵਾਰ ਤਾਂ ਜਦੋਂ ਕੋਈ ਖਰੀਦਣ ਵਾਲਾ ਹੁੰਦਾ ਆ, ਉਹ ਕਹਿ ਦਿੰਦਾ ਕਿ ਨਹੀਂ, ਮੈਂ ਤਾਂ ਇੰਨੀ ਮਾਰਕੀਟ ਤੇ ਵੇਚਣਾ ਨਹੀਂ, ਮੇਰੇ ਘਰ ਦੀ ਕੀਮਤ ਤਾਂ ਇੰਨੀ ਆ, ਜਾਂ ਮੈਂ ਇੰਨੇ ਪੈਸੇ ਲਾਏ ਸੀਗੇ, ਮੈਂ ਇਸ ਤੋਂ ਵੱਧ ਪੈਸੇ ਲੈਣੇ ਆ। ਸੋ ਉਹ ਚੀਜ਼ਾਂ ਕਰਕੇ ਉਹਨਾਂ ਨੂੰ ਸਰਕਾਰ ਨੂੰ ਮੰਨਣੀ ਪੈਂਦੀ ਹੈ। ਇਹ ਨਹੀਂ ਕਿ ਧੱਕੇਸ਼ਾਹੀ ਦੇ ਨਾਲ ਕਿ ਨਹੀਂ ਸਰਕਾਰ ਦਾ ਫੈਸਲਾ ਹੈ, ਤੁਸੀਂ ਇਦਾਂ ਕਿੱਦਾਂ ਆਬਜੈਕਟ ਕਰ ਸਕਦੇ ਹੈਗੇ। ਸੋ ਇਦਾਂ ਹੈ ਕਿ ਦੇਣ ਨੂੰ ਲੈਣ ਹੈਗਾ ਹੈ ਕਿ ਹੱਥ ਹੈਗਾ ਕਿ ਜੇ ਤੁਸੀਂ ਨਾਲ ਰਲ ਕੇ ਕੰਮ ਕਰਦੇ ਹੈਗੇ ਆ, ਸਰਕਾਰ ਵੀ ਨਾਲ ਰਲ ਕੇ ਕੰਮ ਕਰਦੀ ਹੈ, ਲੋਕਾਂ ਦੇ ਹੱਕ ਦੇ ਵਿੱਚ ਕੰਮ ਕਰਦੀ ਹੈ, ਤਾਂ ਜਿਹੜੇ ਫੈਸਲੇ ਆ ਉਹ ਲੈਣੇ ਉਹ ਸੌਖੇ ਹੋ ਜਾਂਦੇ ਹੈਗੇ ਆ। ਸੋ ਬਿਲਕੁਲ ਜਿੱਦਾਂ ਸਿਆਸਤ ਦੀ ਅਸੀਂ ਗੱਲ ਕਰ ਰਹੇ ਹੈਗੇ ਆ, ਸਿਆਸਤ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਹੈਗਾ ਆ। ਅਸੀਂ ਜਿੱਥੇ ਮਰਜ਼ੀ ਦੇਖ ਲਈਏ, ਚਾਹੇ ਉਹ ਕੈਨੇਡਾ ਦੇ ਵਿੱਚ ਦੇਖ ਲਈਏ ਤੇ ਚਾਹੇ ਅਸੀਂ ਇੰਡੀਆ ਦੇ ਵਿੱਚ ਦੇਖ ਲਈਏ, ਤੇ ਹੁਣ ਕੈਨੇਡਾ ਦੇ ਵਿੱਚ ਸਾਡੀ ਸਰਕਾਰ ਵੀ ਇੱਕ ਚੈਰਿਟੀ ਦੇ ਜਿਹੜੇ ਮਾਮਲੇ ਦੇ ਵਿੱਚ ਫਸੀ ਹੋਈ ਹੈ। ਫਾਈਨੈਂਸ ਮਿਨਿਸਟਰ ਨੂੰ ਕੁਰਸੀ ਤੋਂ ਲਾਉਣ ਦੀ ਗੱਲ ਹੋ ਰਹੀ ਹੈ ਕਿ ਫਾਈਨੈਂਸ ਮਿਨਿਸਟਰ ਨੇ ਜੋ ਪੈਸੇ ਆ ਚੈਰਿਟੀ ਤੋਂ ਲਏ ਹੈਗੇ ਆ, ਤੇ ਉਹਨਾਂ ਨੇ ਐਥਿਕ ਕਮਿਸ਼ਨਰ ਦੇ ਸਾਹਮਣੇ ਆਉਣ ਤੋਂ ਪਹਿਲਾਂ 40,000-42,000 ਦਾ ਚੈੱਕ ਜਿਹੜਾ ਉਹ ਉਸ ਚੈਰਿਟੀ ਨੂੰ ਦੇ ਕੇ ਆਂਦਾ ਆ, ਤੇ ਜਿੱਥੋਂ ਸਾਫ਼ ਹੈਗਾ ਹੈ ਕਿ ਉਹਨਾਂ ਨੇ ਉਸ ਟਾਈਮ ਦੇ ਉੱਤੇ ਉਹ ਚੈੱਕ ਕਿਉਂ ਦਿੱਤਾ, ਉਹ ਪੈਸੇ ਪਹਿਲਾਂ ਕਿਉਂ ਨਹੀਂ ਦਿੱਤੇ ਗਏ। ਜਿਹੜੇ ਟ੍ਰਿਪ ਲਗਾਏ ਗਏ ਸੀ ਉਹ ਚੈਰਿਟੀ ਦੇ ਫੰਕਸ਼ਨ ਤੋਂ ਲਗਾਏ ਗਏ ਸੀ। 2 ਵੱਡੇ ਟ੍ਰਿਪ ਫਾਈਨੈਂਸ ਮਿਨਿਸਟਰ ਦੀ ਫੈਮਿਲੀ ਨੇ ਲਗਾਏ ਸੀ, ਤੇ ਹੁਣ ਜਿਹੜੀ ਵਿਰੋਧੀ ਪਾਰਟੀ ਹੈ ਉਹ ਹੁਣ ਮੰਗ ਕਰ ਰਹੀ ਹੈ ਕਿ ਜੋ ਫਾਈਨੈਂਸ ਮਿਨਿਸਟਰ ਆ ਉਹਨੂੰ ਅਸਤੀਫਾ ਦੇਣ ਲਈ ਕਿਹਾ ਜਾ ਰਿਹਾ, ਤੇ ਨਾਲ ਪ੍ਰਧਾਨ ਮੰਤਰੀ ਨੂੰ ਵੀ ਕਿਹਾ ਜਾ ਰਿਹਾ ਕਿ ਜਿਹੜੀ ਤੁਹਾਡੀ ਸਰਕਾਰ ਦੇ ਵਿੱਚ ਲੋਕ ਬੈਠੇ ਨੇ ਉਹੀ ਕਹਿ ਦੇਣ ਕਿ ਸਾਨੂੰ ਇਹੋ ਜਿਹਾ ਲੀਡਰ ਨਹੀਂ ਚਾਹੀਦਾ। ਸੋ ਜਿਹੜੀ ਸਿਆਸਤ ਹੈ ਉਹ ਹਰ ਕਿਤੇ ਹੁੰਦੀ ਹੈ, ਚਾਹੇ ਕਰਨ ਦਾ ਤਰੀਕਾ ਡਿਫਰੈਂਟ ਹੁੰਦਾ ਆ, ਪਰ ਜਿਹੜੀ ਸਿਆਸਤ ਹੈ ਉਹ ਹਰ ਕਿਤੇ ਐਗਜ਼ਿਸਟ ਕਰਦੀ ਹੈਗੀ ਹੈ। ਤੇ ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਬਿਲਕੁਲ ਸਾਡੇ ਸੀਨੀਅਰ ਜਰਨਲਿਸਟ ਹਰਪ੍ਰੀਤ ਸਿੰਘ ਧਾਲੀਵਾਲ ਸਾਡੇ ਨਾਲ ਹਮੇਸ਼ਾ ਪਹੁੰਚਦੇ ਨੇ, ਤੇ ਸਾਡੇ ਪ੍ਰੋਗਰਾਮ ਦੀ ਤਰ੍ਹਾਂ ਗੱਲ ਵੀ ਸਿੱਧੀ ਕਰਦੇ ਨੇ। ਸਿੱਧੀ ਤੇ ਜਿਹੜੀ ਗੱਲ ਹੁੰਦੀ ਆ ਉਹਦੇ ਵਿੱਚ 100% ਸੱਚਾਈ ਵੀ ਹੁੰਦੀ ਹੈ, ਤੇ ਨਾਲ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਇਸ ਪ੍ਰੋਗਰਾਮ ਦੇਖੋ ਤਾਂ ਸਾਨੂੰ ਫੀਡਬੈਕ ਜ਼ਰੂਰ ਦਿਆ ਕਰੋ। ਸਾਡੀ ਈਮੇਲ ਜਿਹੜੀ ਆ ਉਹ ਸਕਰੀਨ ਦੇ ਉੱਤੇ ਆਉਂਦੀ ਰਹਿੰਦੀ ਹੈ, ਤੇ ਤੁਸੀਂ ਫੀਡਬੈਕ ਜ਼ਰੂਰ ਦਿਆ ਕਰੋ ਕਿ ਤੁਸੀਂ ਕੀ ਸੋਚਦੇ ਹੋ। ਕੋਈ ਟੌਪਿਕ ਹੁੰਦਾ ਆ ਜਿਸ ਦੇ ਬਾਰੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਡਿਸਕਸ਼ਨ ਕਰੀਏ ਤਾਂ ਉਹ ਵੀ ਜ਼ਰੂਰ ਦੱਸਿਆ ਕਰੋ। ਸਟ੍ਰੇਟ ਟਾਕ ਪ੍ਰੋਗਰਾਮ ਜਿਹੜਾ ਹੈ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ, ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।